ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਰਗ ਦੋ ਮੰਨੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ। ਇੱਕ ਰਸਤਾ ਲੋਕ ਦੀ ਸਫਲਤਾ ਹੈ, ਇੱਕ ਰਸਤਾ ਪਰਲੋਕ ਦੀ ਸਫਲਤਾ ਹੈ। ਲੋਕ ਪਰਲੋਕ, ਲੋਕ ਬਾਹਰ ਪਿਆ ਹੈ, ਪਰਲੋਕ ਅੰਦਰ ਹੈ। ਲੋਕ ਦੀ ਸਫਲਤਾ ਜਿਨ੍ਹਾਂ ਤਰੀਕਿਆਂ ਨਾਲ ਹੁੰਦੀ ਹੈ, ਜਿਨ੍ਹਾਂ ਸਾਧਨਾ ਨਾਲ ਹੁੰਦੀ ਹੈ, ਉਹਨਾਂ ਹੀ ਸਾਧਨਾ ਨੂੰ ਅਗਰ ਅੰਦਰ ਜਾਣ ਵਾਸਤੇ ਵਰਤੀਏ ਤਾਂ ਕਹਿੰਦੇ ਨੇ ਢਹਿੰਦੀ ਕਲਾ ਦਾ ਕਾਰਨ ਬਣ ਜਾਂਦੇ ਨੇ। ਚੜ੍ਹਦੀ ਕਲਾ ਤੇ ਢਹਿੰਦੀ ਕਲਾ ਇਕਾਗਰਤਾ ਬਖਸ਼ਣੀ, ਜਿਨ੍ਹਾਂ ਜਿਨ੍ਹਾਂ ਸਾਧਨਾ ਦਾ ਉਪਯੋਗ ਕਰਕੇ ਅਸੀਂ ਸੰਸਾਰ ਵਿੱਚ ਤਰੱਕੀ ਕਰਦੇ ਹਾਂ, ਇਹੀ ਸਾਧਨ ਪਰਮਾਤਮਾ ਦੇ ਮਾਰਗ ਵਿੱਚ ਢਹਿੰਦੀ ਕਲਾ ਦਾ ਕਾਰਨ ਬਣ ਜਾਂਦੇ। ਸੰਸਾਰ ਵਿੱਚ ਤਰੱਕੀ ਅਧਰਮ ਨਾਲ ਵੀ ਹੋ ਸਕਦੀ ਹੈ, ਝੂਠ ਨਾਲ ਵੀ ਹੋ ਸਕਦੀ ਹੈ, ਠੱਗੀਆਂ ਨਾਲ ਵੀ ਹੋ ਸਕਦੀ ਹੈ, ਕਠੋਰਤਾ ਨਾਲ ਵੀ ਹੋ ਸਕਦੀ ਹੈ, ਲੇਕਿਨ ਧਰਮ ਦੇ ਮਾਰਗ ਤੇ ਉન્નਤੀ ਇਨ੍ਹਾਂ ਵਸੀਲਿਆਂ ਨਾਲ ਨਹੀਂ ਹੋਵੇਗੀ, ਇਨ੍ਹਾਂ ਸਾਧਨਾ ਦੇ ਨਾਲ ਨਹੀਂ ਹੋਵੇਗੀ। ਇਸ ਵਾਸਤੇ ਸੱਚ ਤੱਕ ਪਹੁੰਚਣ ਵਾਸਤੇ ਸਭ ਤੋਂ ਪਹਿਲੇ ਬਾਬੇ ਨੇ ਧਰਮ ਕਹਿ ਦਿੱਤਾ। ਧਰਮ ਲਾਜ਼ਮੀ ਹੈ। ਧਰਮ ਹੀ ਇੱਕ ਸਾਧਨ ਹੈ ਸੱਚ ਤੱਕ ਪਹੁੰਚਣ ਦਾ। ਲੇਕਿਨ ਸੰਸਾਰ ਵਿੱਚ ਸਫਲਤਾ ਬੰਦਾ ਅਧਰਮ ਨਾਲ ਵੀ ਪ੍ਰਾਪਤ ਕਰ ਸਕਦਾ। ਅਧਰਮੀ ਮਨੁੱਖ ਵੀ ਸੰਸਾਰ ਵਿੱਚ ਗਤੀਮਾਨ ਹੋ ਜਾਂਦੇ ਨੇ ਔਰ ਸੰਸਾਰ ਵਿੱਚ ਸਿਖਰਤਾ ਨੂੰ ਛੂਹ ਲੈਂਦੇ ਨੇ। ਲੇਕਿਨ ਜਿਨ੍ਹਾਂ ਜਿਨ੍ਹਾਂ ਵਸੀਲਿਆਂ ਨਾਲ ਕਈ ਦਫਾ ਸੰਸਾਰ ਵਿੱਚ ਤਰੱਕੀ ਮਿਲਦੀ ਹੈ, ਪਰਮਾਰਥ ਦੇ ਰਸਤੇ ਵਿੱਚ ਢਹਿੰਦੀ ਕਲਾ ਦਾ ਕਾਰਨ ਬਣ ਜਾਂਦੇ ਨੇ। ਸੰਸਾਰ ਵਿੱਚ ਝੂਠ, ਫਰੇਬ, ਕਠੋਰਤਾ ਤਰੱਕੀ ਦਾ ਬਾਇਸ ਬਣ ਸਕਦੇ ਨੇ, ਪਰ ਧਰਮ ਦੇ ਮਾਰਗ ਤੇ ਨਹੀਂ। ਸੱਚ ਤੱਕ ਪਹੁੰਚਣ ਵਾਸਤੇ ਇਹ ਬਾਧਾ ਹੈ। ਤੋ ਧਰਮ ਦੀ ਬਹੁਤ ਮੈਂ ਲੰਬੀ ਚੌੜੀ ਵਿਆਖਿਆ ਨਾ ਕਰਾਂ, ਕਿਉਂਕਿ ਕਈ ਦਿਨਾਂ ਤੋਂ ਆਪ ਸਰਵਨ ਕਰ ਰਹੇ ਹੋ। ਜੀਵਨ ਨੂੰ ਕੋਈ ਵਿਸ਼ੇਸ਼ ਤਰਤੀਬ ਦੇਣੀ ਔਰ ਜਾਪ ਜਾਰੀ ਰਹਿਣਾ। ਜਾਪ ਹੈ ਪਰ ਵਿਧੀ ਵਿਧਾਨ ਨਹੀਂ ਤੇ ਗੱਲ ਨਹੀਂ ਬਣੇਗੀ। ਭੋਜਨ ਦੀ ਬੁਰਕੀ ਮੇਰੇ ਮੂੰਹ ਵਿੱਚ ਹੋਵੇ, ਮੈਂ ਥੱਲੇ ਨਾ ਕਰਾਂ, ਭੁੱਖ ਨਹੀਂ ਮਿਟੇਗੀ। ਸਵਾਦ ਆ ਜਾਏਗਾ, ਭੁੱਖ ਨਹੀਂ ਮਿਟੇਗੀ। ਪਾਣੀ ਦਾ ਘੁੱਟ ਸਿਰਫ ਮੇਰੇ ਮੂੰਹ 'ਚ ਹੋਵੇ, ਮੈਂ ਥੱਲੇ ਨਾ ਕਰਾਂ, ਇਹਦੇ ਨਾਲ ਪਿਆਸ ਨਹੀਂ ਬੁਝਣੀ, ਹੋਂਠਾਂ ਦੀ ਖੁਸ਼ਕੀ ਦੂਰ ਹੋ ਜਾਏਗੀ। ਸਤਿਗੁਰ ਦੀ ਬਾਣੀ ਸਿਰਫ ਰਸਨਾ ਤੇ ਹੈ, ਕੁਛ ਵੀ ਨਹੀਂ ਹੋਣਾ। ਸਾਰੀ ਜ਼ਿੰਦਗੀ ਕੋਈ ਪੜ੍ਹਦਾ ਰਹੇ ਔਰ ਕਈ ਪੜ੍ਹਦੇ ਰਹਿੰਦੇ ਨਾ, ਕੋਈ ਤਬਦੀਲੀ ਨਹੀਂ। ਜਿਵੇਂ ਹੁਣ ਭੋਜਨ ਦੀ ਬੁਰਕੀ ਸਿਰਫ ਮੇਰੇ ਮੂੰਹ 'ਚ ਹੋਵੇ, ਮੈਂ ਮੂੰਹ 'ਚ ਹੀ ਰੱਖ ਲਵਾਂ, ਕੰਠ ਤੋਂ ਥੱਲੇ ਨਾ ਕਰਾਂ, ਖੂਨ ਨਹੀਂ ਬਣੇਗਾ, ਪੇਟ ਨਹੀਂ ਭਰੇਗਾ, ਭੁੱਖ ਨਹੀਂ ਮਿਟਣੀ। ਸਤਿਗੁਰੂ ਦੇ ਸ਼ਬਦ ਸਿਰਫ ਰਸਨਾ ਤੇ ਨੇ, ਕੁਛ ਵੀ ਨਹੀਂ ਹੋਏਗਾ। ਚਾਰ ਚਾਰ ਡਿਊਟੀਆਂ ਵੀ ਕਈ ਦਿੰਦੇ ਨੇ ਅਖੰਡ ਪਾਠ ਦੀਆਂ, ਔਰ ਕਈ ਵਿਚਾਰਕ ਜੋ ਮੇਰੀ ਤਰ੍ਹਾਂ ਥੋੜ੍ਹੀ ਜਿਹੀਆਂ ਅਰਥ ਬੋਧ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ, ਸਾਰਾ ਸਾਰਾ ਦਿਨ ਵੀ ਪੜ੍ਹਦੇ ਰਹਿੰਦੇ। ਸਤਿਗੁਰ ਦੀ ਬਾਣੀ ਅਗਰ ਸਿਰਫ ਰਸਨਾ ਤੇ ਹੈ, ਕੋਈ ਤਬਦੀਲੀ ਨਹੀਂ ਆਵੇਗੀ। ਇਹ ਤੇ ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਤਿਨਾ ਸਮਾਣੇ। ਭੋਜਨ ਦੀ ਬੁਰਕੀ ਕੰਠ ਤੋਂ ਥੱਲੇ ਜਾਵੇ, ਪੇਟ ਭਰੇਗਾ, ਭੁੱਖ ਮਿਟੇਗੀ। ਸਤਿਗੁਰ ਦੀ ਬਾਣੀ ਹਿਰਦੇ ਤੱਕ ਪਹੁੰਚੇ ਤਾਂ ਹੀ ਕੋਈ ਰਸ ਬਣੇਗਾ, ਤਾਂ ਹੀ ਕੋਈ ਆਨੰਦ ਬਣੇਗਾ, ਵਰਨਾ ਨਹੀਂ। ਤੋ ਐਸਾ ਦਿਖਾਈ ਦਿੰਦਾ ਕਈਆਂ ਨੇ ਜ਼ਬਾਨ ਤੱਕ ਹੀ ਰੋਕ ਕੇ ਰੱਖੀ ਹੋਈ ਹੈ, ਅੱਗੇ ਨਹੀਂ ਜਾਣ ਦਿੰਦੇ। ਇਸ ਵਾਸਤੇ ਮਨੁੱਖ ਦੇ ਅੰਤਿਸ਼ਕਰਨ ਨੂੰ ਖੋਲ ਕੇ ਵੇਖੀ ਤੇ ਸ਼ਬਦ ਕੋਈ ਨਹੀਂ, ਗੁਰਬਾਣੀ ਨਹੀਂ ਹੈ, ਅੰਦਰ ਗਈ ਨਹੀਂ। ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਤਨਾ ਸਮਾਣੇ। ਜਾਪ ਆਰੰਭ ਹੈ ਤੇ ਸਹਿਜੇ ਸਹਿਜੇ ਜਾਪ ਅਗਰ ਅੰਦਰ ਜਾ ਰਿਹਾ ਹੈ ਤਾਂ ਤਬਦੀਲੀਆਂ ਆਣਗੀਆਂ ਤੇ ਮਨੁੱਖ ਪਹੁੰਚੇਗਾ ਕਰਮ ਖੰਡ ਤੇ।
जिस दे बारे पातशाह कहते हैं कि लीनता नसीब हो जाती है कर्म खंड की बाणी जोर। ये बनतर बड़ी जोर वाली है, बाणी च जोर आ जाता है। साडे देश के ऋषि मुनिया ने कुछ इस तरीके के चक्र चेन दसे ने कि यह बंदा कर्म खंड तक पहुंच गया। साहिबां दी बाणी दे भी अनेका इस तरह के वाक आंदे ने, कुछ मैं थोड़े सामने रखे ने और रखने ने। गुजड़ा लधम लाल मत्थे ही प्रगट किया। साहिब कहते एक गुज्जा रतन सानू लभ पिया और वो प्रगट हो गए। गुजड़ा लधम लाल ये ठेठ लैंदी पंजाबी है। भावलपुर मियाँ वाली झंग मगैणे की जिहड़ी बोली इसनूं लैंदी पंजाबी कहते हैं। तो लैंदी पंजाबी के बहुत सारे शब्द गुरु ग्रंथ साहब जी महाराज दे ने। गुजड़ा लधम लाल मत्थे ही प्रगट किया। एक रतन एक लाल लभे और मस्तक ते प्रगट होया। मत्थे ते ओदी झलक पई है। इस मस्तक के आले दुआले एक आभा मंडल बन जाता है, जिन्होंने प्रभा मंडल भी कहते हैं। कई दफा तुसीं महापुरुषों की तस्वीरां देखिया होणगियां, मस्तक के कोलों एक रोशनी दिखाते हैं। इनू संस्कृत में कहते हैं प्रभा मंडल, आभा मंडल। जिस वक्त दसम द्वार खुल जाता है और मनुख कर्म खंड पहुंच जाता है, उसके मस्तक विचों एक प्रभा मंडल प्रगट होता है, जिसका जिक्र साहिब करते पे ने कि गुजड़ा लधम लाल मत्थे ही प्रगट किया। मस्तक तो ही ये लहरां निकलती हैं, मस्तक दे विचों ही ये नूर निकलता है। भिरगू ने इसकी पहचान कुछ होर कराई है। भिरगू कहता है कि जिहड़ा कर्मखंड तक पहुँच जाता है, उहदे हथ दे विच या पैरां दे विच पदम बनता है। पदम कहते ने कमल के फुल नूं, भी उस महापुरुष के हथ दे विच या पैरां दे विच पदम जरूर बनेगा। होर बेशतर ऋषि मुनियां दियां लिखत पुस्तकां ते धर्म ग्रंथ वाचन का मौका मिले, उन्होंने अपने अपने ढंग नाल लिखे है भी कुछ ना कुछ चक्र चेन जरूर प्रगट होंदे ने। गुरु अमरदास जी महाराज दे हरिद्वार दे विच एक ब्राह्मण ने दर्शन किए, पैरां च पद्म सी ते वह मत्था टेकन लग पिया। साहिब कहण लगे, पुरखा तू ब्राह्मण ते ब्राह्मण होके तू पूज होके क्यों मैनू मत्था टेकदा? ब्राह्मण कहने लगा, महाराज थोड़े चरणों के पद्म है। इतिहास कहता बई थोड़े चरणों के पद्म है, तो ये जिहड़ा पद्म है ये किसी ब्रह्म ज्ञानी के चरणों च होंदा, किसी कर्म खंड तक पहुंचे हुए महापुरुष के कदमां च होंदा। इतिहास कहता है कि पद्म श्री कृष्ण के चरणों च भी सी। भाई गुरदास जी ने उसका जिक्र भी किया। भाई साहब कहते ने, चरण कमल विच पद्म है, झिलमिल झमके वांगू तारे। जाए सुता प्रभास विच गोडे ऊपर पैर पसारे। चरण कमल विच पद्म है, झिलमिल झमके वांगू तारे। कर्मखंड की गल मैं थोड़े सामने रख रहा भी कुछ ना कुछ चक्कर चैन प्रगट होंदे ने। प्रभास एक तीरथ है जमुना के कंढे ते। इत्थे आके श्री कृष्ण लेट गए, चरणों विच पद्म सी। एक शिकारी जो हिरन की तलाश दे सी, उन्हों संध्या के वक्त एक पद्म इंज दिखाई दिता जैसे हिरन की अख होती है। उन्हें खिंच के बाण मारिया, ये श्री कृष्ण नूं लगे। लंबी चौड़ी कथा ना बयान करा, पद्म श्री कृष्ण के चरणों च सी। साडे देश के अनेकां ऋषि मुनियां के हत्थां च या पैरां च पद्म सी। पद्म के दर्शन ब्राह्मण नूं हरिद्वार दे साहिब गुरु अमरदास जी के चरणों तो होए और बार बार मत्था टेकदा। साहिब कहंदे ने उस ब्राह्मण नूं, मैं कोई पंडित नहीं हाँ, ब्रह्मज्ञानी नहीं हाँ,
मैं कोई गुरु ते रहबरी पुरुष नहीं हाँ, तू एवें भुलदा है, तेरी विद्या झूठी है। ब्राह्मण कहन लगा, नहीं महाराज, ये भिरगू पंडित दी विद्या है, झूठी नहीं हो सकती। भिरगू हिंदुस्तान विच एक ऐसा ऋषि होया जिसने सब तो पहले ज्योतिष विद्या नूं जन्म दिता। कहंदे ने इस तो पहले संसार विच किधरे भी ज्योतिष विद्या नहीं सी। ज्योतिष विद्या का जन्मदाता भिरगू है और उसने ग्रह नक्षत्रां का अध्ययन किया सी। पर ग्रह नक्षत्र मनुख के उत्ते किस तरीके नाल प्रभाव पाउंदे ने ते मनुख के मानसिक मंडल दे जो तब्दीली आती है तो उहदे शरीर दे भी कुछ पलटे आउंदे। इस संबंध विच भिरगू ने बहुत लंबा चौड़ा अध्ययन किया सी और फिर भिरगू संज्ञा नाम का उसने ग्रंथ भी लिखिया, जिहड़ा कि करीबन मौजूद है। और वह ग्रंथ ज्योतिष का ही ग्रंथ है, ग्रह नक्षत्रां का ग्रंथ है। तो ये ऋषि मुनि से पर किसी हद तक तबीयत इसकी विज्ञानक दी सी, साइंसदान दी सी। एक ग्रह नक्षत्रां की खोज विच पै गए और इस नतीजे ते पहुंचे है कि जिस मनुख का मन बिल्कुल टिक जाता है, जिसका हिरदा बिल्कुल शुद्ध हो जाता है, उहदे हथ दे ते पैरां च पद्म बनता है, पद्म लाजमी होवेगा। ये मनोत हिंदुस्तान विच अज भी है और लोग कहते हैं जे हथ दे च पद्म नहीं ते पैर दे च पद्म नहीं, ये ऋषि नहीं है, ये संत नहीं है, ये भगत नहीं है। क्योंकि मन की एकाग्रता दे नाल कुछ ना कुछ ते पलटा आउंदा है। गुजड़ा लद्धम लाल मथे ही प्रगट थिया, या तो मस्तक ते प्रगट होवे, प्रभा मंडल बने, ते जे प्रभा मंडल भी नहीं बनया तो हत्थां च पद्म बने, पैरां च पद्म बने। विचार जिहड़ी मैं थोड़े सामने रख रहा गुरबाणी ते देश के होर महात्मा लोगों के। और गुरु ग्रंथ साहब जी महाराज करीबन जगत के सांझे ग्रंथ हैं। एक सांझा जिहा धर्म लैके गुरु ग्रंथ साहब जी महाराज अगे चलते हैं। ये सिर्फ एक टोला नहीं आता, अल्लाह अल्लाह की बंदगी करन वाला भी कुछ लभ सकता है, राम की धुन अलापण वाला भी गुरु ग्रंथ साहब दे चों कुछ लभ सकता है, कृष्ण का भगत भी गुरु ग्रंथ साहब तो कुछ प्रेरणा लै सकता है। इत्थे बकायदा शब्द ने, धन धन ओ राम बेन बाजे, मधुर मधुर धुन अनहद गाजे। संसार विच अक्सर झगड़ा मजहब के नाम ते हुंदा सी और हुण भी है। इस वास्ते कईयां ने ऐसा सोचा कि मजहब नूं जिंदगी दे चों कढ दे। धर्म के नाम दे उत्ते बड़े खून खराबे हुंदे ने। यहूदी लड़ते रहे ईसाइयां नाल, फिर मुसलमानां नाल, ते हुण भी यहूदियां ते मुसलमानां दी कोई बनदी ते नहीं, एक दूजे दे खून दे प्यासे बैठे। हिंदू मुस्लिम फसाद अक्सर सदियां तो साडे देश दे विच हुंदा रहा। बोधी सनातनी लड़ते रहे, जैनी बोधी लड़ते रहे। मजहब के नाम के उत्ते इतना खून खराबा होया है कि कुछ सियाणे मनुखा ने फैसला ही कर दिता मनुख की जिंदगी दे चों मजहब कढ दे। एक वाहिद रहबर हिंदुस्तान विच प्रगट होया, साहिब गुरु नानक देव जी। कहन लगे मजहब नूं धर्म नूं कढण दी लोड़ नहीं, धर्म की रूप रेखा ही ऐसी बना दिओ कि सारियां नूं काबिले कबूल होवे, सारियां नूं प्रवान हो। तो मंदिर दे गुंबद मस्जिद नाल टकरांदे सन, सुन्नत किसी हद तक जनेऊ नाल टकरांदी सी, कुरान ते कुरान दा बड़ा भारी टकराव सी, रोजे ते वर्त आपस दे टकरांदे सन। अज ऐसा एक महापुरुष आया जिसने मंदिर दे गुंबद ते मस्जिद दे गुंबद एक कर दिते, रोजा ते वर्त जोड़ दिते, कुरान ते कुरान दी बड़ी नेड़ता की, सुन्नत ते जनेऊ नूं आप बहुत नेड़े लिया, वितकरे मिटाने की कोशिश की। अजान सिर्फ मस्जिद विच गूंजदी सी और मुरली दी तान सिर्फ मंदिरां दे विच गूंजदी सी, और अजान ते मुरली दी तान करके अक्सर झगड़ा हो जाता सी। कहंदे सन जिहड़ी तान है संगीत दी ते मस्जिद के सामने नहीं गूंज सकती।
ਔਰ ਸਾਫ਼ ਪੁਜਾਰੀ ਕਹਿ ਦਿੰਦਾ ਸੀ ਇਹ ਜਿਹੜੀ ਅਜ਼ਾਨ ਹੈ ਇਹ ਮੰਦਰ ਦੇ ਗੁੰਬਦਾਂ ਦੇ ਨਾਲ ਨਹੀਂ ਟਕਰਾਣੀ ਚਾਹੀਦੀ, ਅਪਵਿੱਤਰ ਹੈ। ਤੋ ਕਿਸੇ ਐਸੇ ਧਰਮ ਦੀ ਲੋੜ ਪੈ ਗਈ ਸੀ ਜਿੱਥੇ ਅਜ਼ਾਨ ਵੀ ਹੋਵੇ ਤੇ ਮੁਰਲੀ ਦੀ ਤਾਨ ਵੀ ਹੋਵੇ, ਔਰ ਇਹ ਦੋਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਮੌਜੂਦ ਨੇ। ਮੁਰਲੀ ਦੀ ਤਾਨ ਬਕਾਇਦਾ ਮੌਜੂਦ ਹੈ। ਧਨ ਧਨ ਓ ਰਾਮ ਬੇਨ ਬਾਜੇ। ਮੁਤਸਬੀ ਬੰਦੇ, ਤੰਗ ਦਿਲ ਬੰਦੇ ਨਾ ਗੁਰੂ ਗ੍ਰੰਥ ਸਾਹਿਬ ਨੂੰ ਸਮਝ ਸਕਣਗੇ ਤੇ ਨਾ ਹੀ ਖਿਮਾ ਕਰਨੇ ਉਹ ਸਿੱਖੀ ਦਾ ਰਸ ਮਾਣ ਸਕਣਗੇ। ਇਸ ਵਾਸਤੇ ਜਿਸ ਢੰਗ ਦੀ ਸਿੱਖੀ ਦੀ ਰੂਪ ਰੇਖਾ ਬਣਾਈ ਜਾ ਰਹੀ ਹੈ ਔਰ ਬੜੀ ਤੰਗ ਕੀਤੀ ਜਾ ਰਹੀ ਹੈ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਾਰ ਦਾ ਪਤਾ ਹੀ ਨਹੀਂ। ਇੱਥੇ ਮੁਰਲੀ ਦੀ ਤਾਨ ਤੇ ਮਸਜਿਦ ਦੀ ਅਜ਼ਾਨ ਇਕੱਠੀ ਪਈ ਗੂੰਜਦੀ ਹੈ। ਇੱਥੇ ਰੋਜ਼ੇ ਤੇ ਵਰਤ ਦੇ ਵਿਤਕਰੇ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਇੱਥੇ ਕੁਰਾਨ ਤੇ ਪੁਰਾਣ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਹੈ, ਕਹੂੰ ਜਛ ਗੰਧਰਵ ਉਰਗ ਕਹੂੰ ਵਿਦਿਆਧਰ, ਕਹੂੰ ਭੈ ਕਿਨਰ ਪਿਸਾਚ ਕਹੂੰ ਪ੍ਰੇਤ ਹੋ, ਕਾਹੂ ਹੋਏ ਕਿ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ, ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇਤ। ਸਾਹਿਬ ਕਹਿੰਦੇ ਮੈਂ ਦੇਖਦਾ ਕਿਧਰੇ ਤੂੰ ਕੁਰਾਨ ਦੀਆਂ ਅਜ਼ਾਨ ਤੇ ਆਇਤਾਂ ਗੁੰਜਾਰ ਪਾਉਂਦਾ ਪਿਆ ਚੜ ਕੇ ਮਸਜਿਦ ਦੇ ਮੁਨਾਰੇ ਤੇ ਕਿਧਰੇ ਪੁਰਾਣ ਤੇ ਗਾਇਤਰੀ ਦੇ ਜਾਪ ਤੂੰ ਕਰਦਾ ਪਿਆ ਗੁਪਤ ਹੋ ਕੇ। ਕਾਹੂ ਹੋਏ ਕਿ ਹਿੰਦੂ ਆ गायत्री को गुपत जप्यो, काहू होय के तुरका पुकारे बांग देत हो, कहूँ को बकाव होय पुराण को पढ़त मत, कतहूँ कुरान को निदान जान ले दो। कलगीधर पातशाह कहते किधरे तू कुरान दा हाफिज है ते किधरे तू पुराणा दा ज्ञाता है। मैं कुर्बान जाना किधरे तू कुरान दा इलम लई बैठा है, किधरे तू पुराण दा इलम लई बैठा है। गुरु गोबिंद सिंह जी महाराज दे वाक। साहिब गुरु नानक देव जी महाराज ने जगत के सामने एक ऐसा धर्म रखा जो सारे जगत वास्ते काबिले कबूल होवे, प्रवान होवे। तो मुरली दी तान दे नाल भी नफरत ना होवे थां दे दिती गई। धन धन बन खंड बिंदरा बना, जै खेले श्री नारायणा, बेन बजावे गोधन चरे, नामे का स्वामी आनंद करे। मुरली बज रही है बिंदरा बन दे तट ते, धन है ओ मां देवकी जिसदा ए पुत्र है, धन धन तू माता देवकी जह ग्रह रमैये कमलापति। धन धन मेघा रुमावली, धन धन कृष्ण ओडे कामली। ये सारे वाक गुरु ग्रंथ साहब जी महाराज विच मौजूद। फिर अजान भी है, बेनमाजा कुत्तिया ए ना भली रीत, कदे चलना आया पंजे वक्त मसीद। हुण पंज टाइम असी कोई मसीद विच नहीं जाते। जे मसीद का अर्थ तुसी गुरुद्वारा करो तो असी कोई 5 टाइम थोड़ी आते हैं, 2 टाइम आते। इत्थे सानू आ गया 2 टाइम की, ये 5 टाइम का लिखा है। तो सीधा ये उपदेश मुसलमान वास्ते है। ए नमाज तो हीणे कुत्ते, बेनमाजा कुत्तिया ए ना भली रीत, कदी चलना आया पंजे वक्त मसीद, उठ फरीदा उजू साज, सुबह नमाज गुजार, जो सिर साई ना निवे सो सिर कप उतार। और कोई नमाजी होवे पक्का नमाजी तो सिख ते उसनू गलवकड़ी च लवेगा, क्योंकि नमाजी उन्हें गुरु ग्रंथ साहब का हुक्म मने, सतगुरु के बचन मने ने। बाणी तो साडे सतगुरु दी ना, गुरु ग्रंथ साहब दी है। और साडे गुरु तो ये उपदेश जगत नूं मिल रहा है। कोई पुरख है तो नमाज के आसरे ते अगर पहुंचना चाहना है खुदा तक जरूर पढ़। नमाज भी पहुँचा देंदी है, कुरान भी पहुँचा देंदी है, कुरान भी पहुँचा देंदी है। वेद कतेब कहो मत झूठे, झूठा जो न विचारे। क्यों झूठा कहना है? जगत के धर्म ग्रंथां नूं तू ही झूठा है। हर ग्रंथ दे ये सिफतां ने वो पहुँचा सकदी। किसी सांझे धर्म की लोड़ से जो नफरत ना करे, वितकरे ना करे। सिख का जिगरा इतना विशाल चाहिए को नमाजी नूं भी गलवकड़ी च लै सके ते गायत्री दे जाप करन वाले नूं भी गलवकड़ी च लै सके। ते जे सिख दे हथों पानी का गिलास ही ना लवे, क्षमा करनी उसने गुरु ग्रंथ साहब के सिद्धांत नूं समझे ही नहीं, कख भी नहीं समझे, जाने ही नहीं।
ਉਹਨੂੰ ਪਤਾ ਹੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਸ ਦੇਸ਼ ਦੀ ਗੱਲ ਪਏ ਕਰਦੇ ਨੇ। ਧਨ ਸੋ ਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀ। ਤੂੰ ਤੇ ਆਪਣੇ ਦੇਸ਼ ਦੇ ਚ ਹੈ, ਵਿਤਕਰਿਆਂ ਦੇ ਦੇਸ਼ ਦੇ ਚ, ਝਗੜਿਆਂ ਦੇ ਦੇਸ਼ ਦੇ ਚ, ਤੰਗ ਦਿਲੀ ਦੀ ਦੁਨੀਆ ਚ। ਤੂੰ ਵਿਸ਼ਾਲਤਾ ਦੀ ਦੁਨੀਆ ਚ ਨਹੀਂ ਪਹੁੰਚੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਂਝਾ ਧਰਮ ਲੈ ਕੇ ਜਗਤ ਦੇ ਸਾਹਮਣੇ ਆਏ ਨੇ। ਕਿਸੇ ਇੱਕ ਫਿਰਕੇ ਵਾਸਤੇ ਨਹੀਂ, ਕਿਸੇ ਇੱਕ ਟੋਲੇ ਵਾਸਤੇ ਵੀ ਨਹੀਂ। ਇੰਨੀ ਮੈਂ ਅਰਜ਼ ਕਰਦਾ, ਇੱਕ ਟੋਲੇ ਦਾ ਇਹ ਗ੍ਰੰਥ ਨਹੀਂ। ਅਗਰ ਇੱਕ ਟੋਲੇ ਦਾ ਗ੍ਰੰਥ ਹੁੰਦਾ ਤੇ ਹੁਕਮਨ ਸਾਨੂੰ ਕਹਿ ਦਿੰਦੇ ਇਸੇ ਮੰਤਰ ਦਾ ਜਾਪ ਕਰੋ, ਪਰ ਇੱਕ ਮੰਤਰ ਦੇ ਜਾਪ ਵਾਸਤੇ ਨਹੀਂ। ਇੱਥੇ ਤੇ ਕਿਹਾ ਗਿਆ ਤੂੰ ਖੁਦਾ ਖੁਦਾ ਵੀ ਕਰ ਸਕਦਾ, ਅੱਲਾ ਅੱਲਾ ਵੀ ਕਰ ਸਕਦਾ, ਤੂੰ ਰਾਮ ਰਾਮ ਵੀ ਕਰ ਸਕਦਾ, ਤੂੰ ਕ੍ਰਿਸ਼ਨ ਕ੍ਰਿਸ਼ਨ ਵੀ ਕਰ ਸਕਦਾ, ਤੂੰ ਮਧੂਸੂਦਨ ਵੀ ਜਪ ਸਕਦਾ, ਤੂੰ ਅਲਖ ਨਿਰੰਜਨ ਵੀ ਜਪ ਸਕਦਾ, ਤੂੰ ਗੋਰਖ ਗੋਰਖ ਦੀ ਰਟਨ ਵੀ ਲਾ ਸਕਦਾ ਹੈ। ਔਰ ਸਾਹਿਬਾਂ ਦਾ ਫਿਰ ਫੈਸਲਾ ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ। ਸਦਕੇ ਜਾਂਦੇ ਹਾਂ ਅਸੀਂ ਜਿਤਨੇ ਤੇਰੇ ਨਾਮ ਨੇ, ਕੁਰਬਾਨ ਜਾਂਦੇ ਹਾਂ। ਇਤਨਾ ਸਾਂਝਾ ਧਰਮ, ਲੱਖ ਕੋਸ਼ਿਸ਼ ਕਰੋ ਬ੍ਰਾਹਮਣ ਦੀ ਰਸਨਾ ਤੋਂ ਅੱਲਾ ਨਹੀਂ ਨਿਕਲੇਗਾ। ਤੁਸੀਂ ਲੱਖ ਵੀ ਕੋਸ਼ਿਸ਼ ਕਰੋ ਮੌਲਵੀ ਦੀ ਜ਼ਬਾਨ ਤੋਂ ਰਾਮ ਨਹੀਂ ਨਿਕਲੇਗਾ। ਇਹ ਧਨ ਹੈ ਗੁਰੂ ਨਾਨਕ ਦਾ ਸਿਧਾਂਤ। ਇੱਥੇ ਰਾਮ ਦੀ ਧੁਨ ਵੀ ਹੈ, ਅੱਲਾ ਦੀ ਧੁਨ ਵੀ ਹੈ। ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ, ਕੋਈ ਸੇਵੇ ਗੁਸਈਆਂ, ਕੋਈ ਅਲਾ ਹੈ। ਮੌਲਵੀ ਤੇ ਕਹਿੰਦਾ ਮੇਰੀ ਜ਼ਬਾਨ ਝੂਠੀ ਹੋ ਗਈ ਹੈ ਜੇ ਰਾਮ ਨਿਕਲੇ, ਤੇ ਬ੍ਰਾਹਮਣ ਕਹਿੰਦਾ ਮੇਰੀ ਜ਼ਬਾਨ ਅਪਵਿੱਤਰ ਹੋ ਗਈ ਜੇ ਅੱਲਾ ਕਹਿੰਦੇ ਆ। ਤੇ ਸਾਹਿਬ ਕਹਿੰਦੇ ਨਹੀਂ, ਬਲਹਾਰੇ ਜਾਓ ਜੇਤੇ ਤੇਰੇ ਨਾਮ। ਜਿਤਨੇ ਵੀ ਤੇਰੇ ਨਾਮ ਨੇ ਅਸੀਂ ਸਦਕੇ ਜਾਂਦੇ, ਅਸੀਂ ਕੁਰਬਾਨ ਜਾਂਦੇ ਹਾਂ। ਸਹਿਜੇ ਸਹਿਜੇ ਜਿਉਂ ਜਿਉਂ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਸਮਝੇਗਾ, ਉਸਦੇ ਵਿਤਕਰੇ ਦੂਰ ਹੋਣਗੇ। ਔਰ ਫਿਰ ਉਸਦੀ ਭਾਵਨਾ ਇਹ ਬਣੇਗੀ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰਾ ਜੀ। ਉਹ ਫਿਰ ਸੱਜਣ ਬਣਾਉਂਦਾ ਜਾਏਗਾ ਸਾਰਿਆਂ ਨੂੰ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਉੱਤੇ ਵੈਰੀਆਂ ਨੂੰ ਵੀ ਮਿੱਤਰ ਬਣਾਏਗਾ। ਤੇ ਜਿਹੜਾ ਮਿੱਤਰਾਂ ਨੂੰ ਵੈਰੀ ਬਣਾਈ ਜਾਂਦਾ ਹੈ, ਆਪਣਿਆਂ ਨੂੰ ਹੀ ਬੇਗਾਨਾ ਬਣਾਈ ਜਾਂਦਾ ਹੈ, ਕਿਸ ਤਰ੍ਹਾਂ ਸਿੱਖ ਮੰਨੋਗੇ? ਉਸਨੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਨਹੀਂ ਸਮਝਿਆ। ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਸਾਂਝਾ ਜਿਹਾ ਸਰੂਪ ਜਗਤ ਦੇ ਸਾਹਮਣੇ ਰੱਖਦੇ ਨੇ, ਤਾਂ ਕਿ ਜਗਤ ਦੇ ਸਾਰੇ ਜੀਵ ਕੁਝ ਪ੍ਰੇਰਨਾ ਲੈ ਸਕਣ ਤੇ ਮਜ਼ਹਬ ਦੇ ਨਾਂ ਦੇ ਉੱਤੇ ਜਿਹੜਾ ਖੂਨ ਖਰਾਬਾ ਹੁੰਦਾ ਇਹ ਨਾ ਹੋਵੇ। ਉਸਨੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਨਹੀਂ ਸਮਝਿਆ। ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਸਾਂਝਾ ਜਿਹਾ ਸਰੂਪ ਜਗਤ ਦੇ ਸਾਹਮਣੇ ਰੱਖਦੇ ਨੇ, ਤਾਂ ਕਿ ਜਗਤ ਦੇ ਸਾਰੇ ਜੀਵ ਕੁਝ ਪ੍ਰੇਰਨਾ ਲੈ ਸਕਣ ਤੇ ਮਜ਼ਹਬ ਦੇ ਨਾਂ ਦੇ ਉੱਤੇ ਜਿਹੜਾ ਖੂਨ ਖਰਾਬਾ ਹੁੰਦਾ ਇਹ ਨਾ ਹੋਵੇ। ਬਹੁਤ ਹੋਇਆ ਖੂਨ ਖਰਾਬਾ। ਕਹਿੰਦੇ ਸੰਸਾਰ ਦੇ ਵਿੱਚ ਇਹ ਜਿਹੜਾ ਕਮਿਊਨਿਜ਼ਮ ਦਾ ਜਨਮ ਹੋਇਆ, ਹੋਰ ਤੇ ਅਨੇਕਾਂ ਪਹਿਲੂ ਹਨ। ਇੱਕ ਇਹ ਪਹਿਲੂ ਵੀ ਹੈ ਕਿ ਮਜ਼ਹਬ ਦੇ ਨਾਂ ਦੇ ਉੱਤੇ ਇਤਨਾ ਖੂਨ ਖਰਾਬਾ ਹੋਇਆ, ਆਖਰ ਲੋਕੀ ਇਨਕਾਰੀ ਹੋ ਗਏ ਵੀ ਛੱਡੋ, ਇੰਨਾ ਖੂਨ ਵਗਿਆ, ਇੰਨਾ ਖੂਨ ਖਰਾਬਾ ਹੋਇਆ ਸਿਰਫ ਮਜ਼ਹਬ ਦੇ ਨਾਂ ਤੇ, ਸਿਰਫ ਧਰਮ ਦੇ ਨਾਂ ਤੇ। ਦੇਸ਼ ਦੀ ਜਦ ਵੰਡ ਹੋਈ ਸੀ, ਪਾਕਿਸਤਾਨ ਬਣਿਆ, ਲੱਖਾਂ ਬੰਦੇ ਮੌਤ ਦੇ ਘਾਟ ਉਤਰੇ। ਕੀ ਝਗੜਾ ਸੀ? ਮਜ਼ਹਬੀ ਝਗੜਾ ਸੀ। ਔਰ ਕਿਸੇ ਔਰ ਜਿਹੜੇ ਮੁਸਲਮਾਨ ਬਣ ਗਏ ਅੱਜ ਵੀ ਟਿਕੇ ਹੋਏ ਨੇ। ਇੱਧਰ ਲੱਖਾਂ ਮੁਸਲਮਾਨ ਕਤਲ ਹੋ ਗਏ ਹਿੰਦੁਸਤਾਨ ਵਿੱਚ ਮਜ਼ਹਬ ਦੇ ਨਾਂ ਤੇ, ਔਰ ਹੁੰਦੇ ਰਹਿੰਦੇ। ਹੁਣ ਵੀ ਸਮੁੱਚੀ ਦੁਨੀਆ 'ਚ ਕਿਸੇ ਨਾ ਕਿਸੇ ਪਾਸੇ ਝਗੜਾ ਬਣਿਆ ਹੀ ਰਹਿੰਦਾ ਮਜ਼ਹਬ ਦਾ। ਕਿਧਰੇ ਯਹੂਦੀ ਮੁਸਲਮਾਨ ਨਹੀਂ ਬਰਦਾਸ਼ਤ ਕਰਦੇ, ਕਿਤੇ ਯਹੂਦੀਆਂ ਤੇ ਈਸਾਈਆਂ ਦਾ ਸੰਘਰਸ਼ ਹੈ। ਔਰ ਯਹੂਦੀਆਂ ਨੇ ਕਿਸੇ ਹੱਦ ਤੱਕ ਈਸਾ ਨੂੰ ਸੂਲੀ ਤੇ ਚਾੜਿਆ ਸੀ, ਹਾਲਾਂਕਿ ਈਸਾ ਦਾ ਜਨਮ ਵੀ ਯਹੂਦੀਆਂ ਦੇ ਘਰ ਵਿੱਚ ਸੀ। ਕਿਉਂਕਿ ਯਹੂਦੀ ਪਰੰਪਰਾ ਤੋਂ ਕੁਝ ਉਲਟ ਜਿਹੀਆਂ ਸਾਂਝੀ ਜਿਹੀਆਂ ਗੱਲ ਕਰਦਾ ਸੀ, ਪ੍ਰਵਾਨ ਨਹੀਂ ਹੋਈ ਤੰਗ ਦਿਲ ਲੋਕਾਂ ਨੂੰ, ਸੂਲੀ ਤੇ ਚਾੜ ਦਿੱਤਾ। ਇਸੇ ਤਰੀਕੇ ਨਾਲ ਸ਼ਮਸ ਤਬਰੇਜ਼ ਕੁਝ ਐਸੀ ਗੱਲ ਕਰਦਾ ਸੀ ਜੋ ਕਿਸੇ ਹੱਦ ਤੱਕ ਇਸਲਾਮ ਨਾਲ ਮੇਲ ਨਹੀਂ ਖਾਂਦੀ ਸੀ। ਤੋ ਮੁਲਤਾਨ ਵਿੱਚ ਪੁੱਠੀ ਖੱਲ ਲਾ ਕੇ ਇਸ ਨੂੰ ਮਾਰ ਦਿੱਤਾ ਵਕਤ ਦੇ ਬਾਦਸ਼ਾਹ ਨੇ। ਸਰਮਦ ਦਿੱਲੀ ਦੀ ਗਲੀਆਂ ਵਿੱਚ ਕੁਝ ਐਸੀ ਗੱਲ ਕਰਦਾ ਸੀ ਜਿਹੜੀ ਔਰੰਗਜ਼ੇਬ ਜੋ ਬੜਾ ਤੰਗ ਦਿਲ ਦਾ ਮਾਲਕ ਸੀ ਨਹੀਂ ਚੰਗੀ ਲੱਗੀ, ਉਹਨੂੰ ਕਤਲ ਕਰ ਦਿੱਤਾ। ਉਹਦੀ ਕਬਰ ਬਣੀ ਪਈ ਹੈ ਜਾਮਾ ਮਸਜਿਦ ਦੇ ਕੋਲ। ਤੰਗ ਦਿਲ ਮਨੁੱਖਾਂ ਨੇ ਇਸ ਤਰ੍ਹਾਂ ਦੇ ਵਿਸ਼ਾਲ ਜਿਗਰੇ ਵਾਲੇ ਬੰਦਿਆਂ ਨੂੰ ਪ੍ਰਵਾਨ ਨਹੀਂ ਕੀਤਾ, ਕਬੂਲ ਨਹੀਂ ਕੀਤਾ। ਸਾਈਂ ਬੁੱਲੇ ਸ਼ਾਹ ਦਾ ਜਦ ਜਿਗਰਾ ਬੜਾ ਵਿਸ਼ਾਲ ਹੋਇਆ ਤੇ ਇਹਨਾਂ ਨੂੰ ਕਿਹਾ ਗਿਆ ਵੀ ਤੂੰ ਗੱਲ ਖੁੱਲ ਕੇ ਕਰ, ਕਹਿੰਦਾ ਨਹੀਂ,
जे जाहिर करां इसरार ताहीं, सारे भुल जावन तकरार ताहीं, फिर मारन बुले यार थाई, थे गुप्ती बात सुखींदी। कहंदा नहीं, जिहड़ी गल मैं जानी है जे मैं कह दियां फिर जगत नाल मेरी बननी कोई नहीं, ते मैनूं मारनगे। ये तंग दिल बंदे, ये मुतसबी बंदे जिन्हां ने गल नूं समझे। जिहड़ा बंदा पवित्र हो गया ना, यकीन जानो जहर नूं भी हथ लाएगा अमृत हो जाएगी। मीरां दे अगों जहर का प्याला रखा गया, पी गई, हालांकि उन्होंने मारन वास्ते रखा गया सी, मर जाए। अंदर मन इतना टिकिया से, कितने टिकाऊ च बैठी सी, उसके पति ने कि जहर का प्याला भेजिया राणे ने, उदयपुर के राणे ने, क्योंकि थां थां ते गीत गान लग पई सी। इतना भजन और इतनी लीनता हो गई कि घर वालियां नूं इसकी लीनता नहीं चंगी लगी। राजपूतां दा घर सी, पड़वे की गल सी, और ये महाराणी सरे आम गीत गान लग पई सी, उन्होंने नहीं चंगी लगी ये गल। जहर का प्याला भेजिया और आखे चरणामृत है, श्री कृष्ण के चरणों का जल है, पी गए। और कहते ने जहर अमृत बन गया, उसका अंत नहीं होया। पुरखा तू सिख दे हथ का कड़ा प्रसाद ना लाया, आखे भी ये तो झूठा हो गया, तो पवित्र हो गया। नहीं, तू आप ही झूठा है। प्रसाद से पवित्र है, जिस दे उत्ते आनंद साहब का पाठ हो गया और जो सतगुरां की हजूरी च रखा गया, तो अजे भी नहीं पवित्र होया, तो सिर्फ तू ही पवित्र है। इस तरह के वितकरिਆਂ ਨੂੰ जन्म उन्होंने मनुखा ने दिता है जिन्होंने कख भी बाणी की बोध नहीं, बाणी की समझ नहीं, बाणी में समझने की कोशिश भी नहीं की। पुरखा इत्थे ते करीबन करीबन तू ऐसा सिद्धांतिक नुकता रख कि मुसलमान भी तेरे नाल बगलगीर हो सके। अगर ये वितकरा गुरु अर्जन देव जी रख दे तो मेरे ख्याल हरिमंदर साहब की नींह रखण वास्ते फिर उस साईं मियाँ मीर नूं कतई ना कहिंदे भी पुरखा तू रख। ते अज दा कोई मुतसबी आउंदा तो उन्हें कह देना सी साईं मियाँ मीर के हथों ते पानी नहीं पीना, नहीं कौन रखवाया। पर नहीं, मेरे पातशाह ने नहीं पत्थर रखा। इस सूफी फकीर तो जो मुसलमान से, जिहदा रटन अल्लाह अल्लाह हुंदा सी, जो कुरान दा हाफिज सी। खैर, मैं इतनी अर्ज करा, ज्यों ज्यों बाणी मनुख दे अंदर वसेगी, कुछ तब्दीलियां ऐसियां आणगियां जो संसार नाल मेल नहीं खाणगे। जिगरा बड़ा विशाल होवेगा, दिमाग बड़ा विशाल होवेगा, तंग दिली मिटेगी, और विशालता बहुत वड्डी दया नूं जन्म देवेगी। ऐसे वास्ते गुरु नानक देव जी महाराज मक्के भी चले गए बई जिहड़ी गल मैं हरिद्वार के ब्राह्मणों नूं दसी है, सुमेर पर्वत के जोगियां नूं दसी है, ये गल मक्के के हाजियां नूं भी दसां, उन्हां दी झोली भी भर जाए, उन्हां नूं भी कुछ मिल जाए। इतनी वड्डी दया वितकरा नहीं है। उत्थे भी पहुंच गए, और जिथे हरिद्वार के ब्राह्मणों नाल चर्चा करते हैं, मक्के के हाजियां नाल भी चर्चा करते हैं। समुचे अरब देशों च मुसलमान सन, और कई साल मेरे पातशाह ने अरब देशों का रटन किया। अगर ये वितकरे वाली गल कर दे तो मरदाना मुसलमान से, इतनी मैं अर्ज कर दे। मैं जन्म साखी एक दिन पढ़ रहा सी, मरदाने की घर वाली मरदाने ते ताने मारदी है बई मुस्लिम बीबियां अक्सर कहंदियां ने भी तेरा जिहड़ा पति है एक हिंदू फकीर के पिछे रबाब चुकी फिरदा है, इस्लाम की नक कटा दी। मरदाने की घर वाली ने ये मरदाने नूं बोल गए भी लोग इंज कहते हैं भी तेरा खसम एक हिंदू फकीर के पिछे रबाब चुकी फिरदा है। फिर मरदाना कहंदा फिर तू की आख्या, तू की जवाब दिता भी मैं तो कुछ नहीं आख्या, भी तू कहा कर जिहदे पिछे मैं रबाब चुकी फिरदा ना वो हिंदू है ना मुसलमान है। गुरु नानक ने साफ कहा, ना हम हिंदू ना मुसलमान, अल्लाह राम के पिंड परां। यही गल कबीर ने कही है। असी वितकरियां विच नहीं जीवदे, असी तंग दिली विच नहीं जीवदे। भी तू कहा कर जिहदे पिछे मैं रबाब चुकी फिरदा वो हिंदू मुस्लिम नहीं है, वो किसी जात पात के चक्कर विच नहीं है। अज किसी नूं पुछो ना तो मनुख ने अपने ते बहुत सारे पर्दे जोड़े है। मनुख की वास्तव दे च कहो कबीर ए राम की अंश, जस कागज पर मिटे न मनस। पर मरदाने की घरवाली ने एक दूजा सवाल खड़ा कर दिता
ਜੇ ਵਾਕਈ ਬਾਬਾ ਨਾਨਕ ਹਿੰਦੂ ਮੁਸਲਮਾਨ ਦੇ ਵਿਤਕਰੇ ਤੋਂ ਉੱਚਾ ਹੈ ਤਾਂ ਫਿਰ ਸਾਡੇ ਘਰ ਭੋਜਨ ਛਕੇ ਕਦੇ ਨਹੀਂ ਛਕੇ। ਅੱਜ ਪਤਾ ਚੱਲ ਜਾਣਾ ਹੈ। ਮਰਦਾਨਾ ਕਹਿਣ ਲੱਗਾ, ਅੱਛਾ ਤੂੰ ਭੋਜਨ ਬਣਾ ਤੇ ਮੈਂ ਬਾਬੇ ਨੂੰ ਬੁਲਾ ਕੇ ਲਿਆਵਾਂ। ਬਾਬਾ ਮੇਰਾ ਬਾਬਾ ਹੀ ਨਹੀਂ, ਮੇਰਾ ਗੁਰੂ ਨਹੀਂ, ਬਲਕਿ ਮੇਰਾ ਯਾਰ ਵੀ ਹੈ, ਮੇਰਾ ਮਿੱਤਰ ਵੀ ਹੈ, ਮੇਰਾ ਸਖਾ ਵੀ ਹੈ। ਮਰਦਾਨੇ ਦੀ ਘਰਵਾਲੀ ਕਹਿੰਦੀ ਹੈ, ਮੈਂ ਭੋਜਨ ਤੇ ਬਣਾਉਂਦੀ ਹਾਂ, ਪਰ ਇਸ ਡੂਮ ਇਸ ਮੁਸਲਮਾਨ ਦੇ ਘਰੋਂ ਉਸ ਬੇਦੀ ਕੁਲਭੂਸ਼ਣ ਨੇ ਭੋਜਨ ਨਹੀਂ ਛਕਣਾ, ਉਸ ਬਾਬੇ ਨੇ ਨਹੀਂ ਛਕਣਾ। ਮਰਦਾਨਾ ਕਹਿਣ ਲੱਗਾ, ਅੱਛਾ ਫਿਰ ਯਾਰੀ ਵੀ ਟੁੱਟ ਜਾਏਗੀ, ਜੇ ਨਹੀਂ ਤੇ ਫਿਰ ਜੇ ਇਸ ਤਰ੍ਹਾਂ ਹੋਇਆ ਤਾਂ ਫਿਰ ਯਾਰੀ ਟੁੱਟ ਜਾਏਗੀ। ਇੱਧਰ ਉਹ ਭੋਜਨ ਬਣਾਉਣ ਲੱਗੀ ਹੈ, ਇੱਧਰ ਮਰਦਾਨਾ ਚੱਲ ਪਿਆ ਲੰਬੀਆਂ ਸੋਚਾਂ ਵਿੱਚ। ਕਿਧਰੇ ਬਾਬੇ ਨੇ ਨਾ ਕੀਤਾ ਤੇ ਫਿਰ ਮੈਂ ਵਾਪਸ ਕਿਸ ਤਰ੍ਹਾਂ ਘਰ ਜਾਵਾਂਗਾ। ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਚ ਸਿਰਫ 100 ਕਦਮ ਚੱਲਿਆ, ਰਸਤੇ ਵਿੱਚ ਸਾਹਿਬ ਗੁਰੂ ਨਾਨਕ ਮਿਲ ਪਏ ਮੁਸਕਰਾਉਂਦੇ। ਤੇ ਸਤਿਗੁਰੂ ਪੁੱਛਦੇ ਨੇ, ਮਰਦਾਨਿਆਂ ਕਿੱਧਰ ਚੱਲੇ ਆ? ਮਰਦਾਨਾ ਹੱਥ ਜੋੜ ਕੇ ਪੁੱਛਦਾ ਹੈ, ਪਾਤਸ਼ਾਹ ਆਪ ਕਿੱਥੇ ਜਾ ਰਹੇ ਹੋ? ਸਾਹਿਬ ਕਹਿਣ ਲੱਗੇ, ਸਾਨੂੰ ਅੱਜ ਭੁੱਖ ਲੱਗੀ ਤੇ ਸਾਡਾ ਦਿਲ ਕਰਦਾ ਭੋਜਨ ਤੇਰੇ ਘਰ ਛਕੀਏ। ਚੱਲ। ਰੋ ਪਿਆ ਮਰਦਾਨਾ। ਕਹਿੰਦਾ ਘਰਵਾਲੀ ਦੇ ਬਚਨਾਂ ਨਾਲ ਤੇ ਮਨ ਵਿੱਚ ਦਰਾੜ ਪੈਦਾ ਹੋ ਗਈ ਸੀ, ਪਰ ਜਾਣੀ ਜਾਣ ਤੁਸੀਂ ਸਤਿਗੁਰੂ ਦਰਾੜ ਦੂਰ ਕਰ ਦਿੱਤੀ। ਤੁਸੀਂ ਵਾਕਈ ਵਿਤਕਰਿਆਂ ਤੋਂ ਉੱਚੇ ਹੋ, ਤੁਸੀਂ ਵਾਕਈ ਹਿੰਦੂ ਮੁਸਲਮਾਨ ਦੀ ਦੁਨੀਆ ਤੋਂ ਉੱਚੇ ਹੋ, ਤੁਸੀਂ ਵਾਕਈ ਮਜ਼ਹਬੀ ਦੁਨੀਆ ਤੋਂ ਬਹੁਤ ਉੱਚੇ ਹੋ, ਤੰਗ ਦਿਲੀ ਤੋਂ ਬਹੁਤ ਉੱਚੇ ਹੋ। ਗੁਰੂ ਨਾਨਕ ਨੇ ਜਗਤ ਦੇ ਸਾਹਮਣੇ ਇੱਕ ਬੜਾ ਵਿਸ਼ਾਲ ਧਰਮ ਰੱਖਿਆ ਹੈ, ਸੂਰਜ ਰੱਖਿਆ ਹੈ, ਔਰ ਉਸ ਸੂਰਜ ਨੂੰ ਹੁਣ ਲੋਕੀ ਘਰ ਵਿੱਚ ਛੁਪਾਉਣ ਦੀ ਕੋਸ਼ਿਸ਼ ਪਏ ਕਰਦੇ ਨੇ। ਛੁਪੇਗਾ ਨਹੀਂ, ਇਤਨੀ ਗੈਰਜ ਕਰਾਂ, ਇਹ ਤੁਹਾਡੇ ਨਿੱਕੇ ਜਿਹੇ ਕੋਠੇ ਵਿੱਚ ਨਹੀਂ ਆਉਣ ਲੱਗਾ। ਇਹ ਤੇ ਵਿਸ਼ਾਲ ਸੂਰਜ ਹੈ ਤੇ ਸੂਰਜ ਉੱਤੇ ਕੋਈ ਦਾਅਵਾ ਨਹੀਂ ਕਰ ਸਕਦਾ। ਭਾਵੇਂ ਸਾਇੰਸ ਬੜੀ ਤਰੱਕੀ ਕਰ ਗਈ ਹੈ, ਪਰ ਅਜੇ ਤੱਕ ਕਿਸੇ ਨੇ ਇਹ ਨਹੀਂ ਆਖਿਆ ਵੀ ਇਹ ਸੂਰਜ ਰਸ਼ੀਅਨ ਹੈ ਜਾਂ ਅਮਰੀਕਨ ਹੈ ਜਾਂ ਹਿੰਦੁਸਤਾਨੀ ਹੈ, ਪਾਕਿਸਤਾਨੀ ਹੈ ਜਾਂ ਚੀਨੀ ਹੈ। ਸੂਰਜ ਦੇ ਉੱਤੇ ਕਿਸੇ ਦਾ ਦਾਅਵਾ ਨਹੀਂ। ਇਹ ਗੱਲ ਵੱਖਰੀ ਹੈ ਕਿ ਆਪਣੀ ਬੋਲੀ ਦੇ ਮੁਤਾਬਕ ਸਨ ਆਖਣ, ਆਫਤਾਬ ਆਖਣ, ਰਵੀ ਆਖਣ, ਸੂਰਜ ਆਖਣ, ਇਹ ਗੱਲ ਵੱਖਰੀ ਹੈ, ਪਰ ਦਾਅਵਾ ਤੇ ਕਿਸੇ ਦਾ ਨਹੀਂ। ਯਕੀਨ ਜਾਣੋ, ਜੇ ਸੂਰਜ ਤੇ ਦਾਅਵਾ ਨਹੀਂ ਹੋ ਸਕਦਾ ਤੇ ਸੂਰਜਾਂ ਦੇ ਮਹਾਂ ਸੂਰਜ ਗੁਰੂ ਨਾਨਕ ਤੇ ਵੀ ਦਾਅਵਾ ਨਹੀਂ ਹੋ ਸਕਦਾ। ਇਤਨੀ ਮਿਹਨਤ ਕਰ ਉਹ ਤੇ ਸਾਂਝੇ ਔਰ ਇੱਕ ਸਾਂਝਾ ਜਿਹਾ ਧਰਮ ਜਗਤ ਦੇ ਸਾਹਮਣੇ ਰੱਖਿਆ। ਉਹਨਾਂ ਨੇ ਜਿੱਥੇ ਸੁਮੇਰ ਪਰਬਤ ਦੇ ਜੋਗੀਆਂ ਨੂੰ ਸਮਝਾਣਾ ਹੈ, ਵਲੀ ਕੰਧਾਰੀ ਨੂੰ ਵੀ ਸਮਝਾਣਾ ਹੈ। ਉਹਨਾਂ ਨੇ ਜਿੱਥੇ ਹਰਿਦੁਆਰ ਦੇ ਬ੍ਰਾਹਮਣਾਂ ਨੂੰ ਸਮਝਾਣਾ ਹੈ, ਮੱਕੇ ਦੇ ਹਾਜੀਆਂ ਨੂੰ ਵੀ ਸਮਝਾਣਾ ਹੈ। ਉਹਨਾਂ ਨੇ ਜਿੱਥੇ ਆਮ ਸੰਨਿਆਸੀ ਤੇ ਸੰਤਾਂ ਕੋਲ ਜਾਣਾ ਹੈ, ਉੱਥੇ ਉਹ ਸੂਫੀ ਫਕੀਰਾਂ ਕੋਲ ਵੀ ਗਏ, ਉਹ ਨੇਕ ਪੁਰਸ਼ਾਂ ਕੋਲ ਵੀ ਬੈਠੇ ਨੇ, ਔਰ ਉਹ ਰਾਖਸ਼ਾਂ ਦੇ ਕੋਲ ਵੀ ਬੈਠੇ। ਉਹ ਤੇ ਐਸਾ ਸੂਰਜ ਜਿਸਨੇ ਹਰ ਘਰ ਦੇ ਵਿੱਚ ਰੋਸ਼ਨੀ ਕਰਨੀ ਸੀ ਤੇ ਕੀਤੀ। ਸੂਰਜ ਵਿਤਕਰਿਆਂ ਨਾਲ ਰੋਸ਼ਨੀ ਨਹੀਂ ਦਿੰਦਾ। ਬਈ ਹਿੰਦੂ ਦੇ ਘਰ ਚਾਨਣਾ ਕਰਨਾ ਹੈ ਤੇ ਮੁਸਲਮਾਨ ਦੇ ਘਰ ਨਹੀਂ, ਹਿੰਦੁਸਤਾਨ ਨੂੰ ਰੋਸ਼ਨੀ ਦੇਣੀ ਹੈ ਤੇ ਪਾਕਿਸਤਾਨੀਆਂ ਨੂੰ ਨਹੀਂ। ਸੂਰਜ ਦਾ ਇਹ ਵਿਤਕਰਾ ਨਹੀਂ ਕਿ ਚਾਈਨਾ ਵਿੱਚ ਸਿਰਫ ਪ੍ਰਕਾਸ਼ ਕਰਨਾ ਹੈ ਤੇ ਰੂਸ ਦੇ ਚ ਨਹੀਂ ਕਰਨਾ, ਸਭ ਜਗ੍ਹਾ ਸਮਗਰ ਤੋਂ ਮਹਾਂਪੁਰਸ਼ ਸਮਗਰ ਹੁੰਦੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਗਤ ਦੇ ਸਾਹਮਣੇ ਪਹਿਲੀ ਦਫਾ ਇੱਕ ਸਾਂਝੀ ਦ੍ਰਿਸ਼ਟੀ ਰੱਖੀ ਤਾਂ ਕਿ ਮਜ਼ਹਬ ਦੇ ਨਾਂ ਦੇ ਉੱਤੇ ਜਿਤਨੇ ਖੂਨ ਖਰਾਬੇ ਹੁੰਦੇ ਨੇ ਇਹ ਨਾ ਹੋਣ। ਤੇ ਸਤਿਗੁਰਾਂ ਨੇ ਤੇ ਕੋਸ਼ਿਸ਼ ਕੀਤੀ ਹਿੰਦੂ ਮੁਸਲਮੀ ਨਾਲ ਲੜਨ, ਤੇ ਸਿੱਖੀ ਸਿੱਖ ਨਾਲ ਲੜ ਪਏ। ਤੇ ਕੱਖ ਸਮਝਿਆ ਉਸਨੇ ਬਾਣੀ ਨੂੰ, ਕੀ ਖਾਕ ਸਮਝਿਆ। ਸਤਿਗੁਰੂ ਨੇ ਤੇ ਹਿੰਦੂ ਮੁਸਲਮ ਦੇ ਵਿਤਕਰੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਤੇ ਸਿੱਖ ਹੀ ਸਿੱਖ ਦੇ ਵਿਚਕਾਰ ਵਿਤਕਰੇ ਖੜੇ ਕਰਦੇ ਗਏ। ਖਿਮਾ ਕਰਨੀ ਉਹ ਤੇ ਬਾਣੀ ਦੇ ਅਜੇ ਨੇੜੇ ਹੀ ਨਹੀਂ ਆਇਆ। ਬਾਣੀ ਇਸ ਦੇ ਅੰਦਰ ਵਸੇ ਬਹੁਤ ਦੂਰ ਦੀ ਗੱਲ ਹੈ, ਬੜੀ ਦੂਰ ਦੀ ਗੱਲ। ਜੈਸੇ ਜੈਸੇ ਬਾਣੀ ਅੰਦਰ ਵਸਦੀ ਵਿਤਕਰੇ ਖਤਮ ਹੁੰਦੇ ਆ, ਦੁਬਦਾ ਮਿਟਦੀ ਹੈ, ਵਿਸ਼ਾਲਤਾ ਦਾ ਜਨਮ ਹੁੰਦਾ ਹੈ। ਔਰ ਐਸਾ ਮਨੁੱਖ ਇੰਜ ਜਗਤ ਵਾਸਤੇ ਸਾਂਝਾ ਹੋ ਜਾਂਦਾ ਹੈ ਜਿਵੇਂ ਸੂਰਜ ਸਾਂਝਾ, ਜਿਵੇਂ ਵਗਦੀ ਹੋਈ ਪਵਨ ਸਾਂਝੀ, ਜਿਵੇਂ ਗ੍ਰਹਿ ਨਛੱਤਰ ਸਾਂਝੇ ਨੇ, ਜਿਵੇਂ ਚੰਦਰਮਾ ਸਾਂਝਾ। ਇਸ ਤਰ੍ਹਾਂ ਉਹ ਮਨੁੱਖ ਸਾਂਝਾ ਹੋ ਜਾਂਦਾ ਹੈ ਔਰ ਉਸਦੀ ਕੋਸ਼ਿਸ਼ ਹੁੰਦੀ ਹੈ ਸਾਰਿਆਂ ਨੂੰ ਮਿੱਤਰ ਬਣਾਉਣਾ। ਸਭ ਕੋ ਮੀਤ ਹਮ ਆਪਨ ਕੀਨਾ। ਅਗਲਾ ਮਿੱਤਰ ਬਣੇ ਭਾਵੇਂ ਨਾ ਬਣੇ, ਉਹਨੇ ਮਿੱਤਰ ਸਮਝਣਾ।
सबको मीत हम आपन कीना हम सब नाम के साजन। ते जिहड़ा बंदा कदम कदम दे उत्ते वैरी बनाया जाए, दुश्मन बनाई जाए, गलियां दे कप भी दुश्मन कर छड्डे ते नरक दे जी रहा। ते जिन्हें कदम कदम दे उत्ते मित्रां नूं जन्म दिता है, बस उही स्वर्ग विच है, उही आनंद विच है। कोशिश करिया करो, वितकरे एक पासे, दुश्मनी एक पासे। ते कई दफा मैं देखदा जिस गुरुद्वारे च आके सारी दुश्मनी मिटानी है, लोकी दुश्मनी का केंद्र ही गुरुद्वारे नूं बना लैंदे। जिथे आके सारे वितकरे खत्म कर देने, जात पात मिटा देनी है, उसे नूं जात का केंद्र बना लेंदे, उसे नूं वितकरे का केंद्र बना लेंदे। ये ओ मनुख ने जो अमृत नूं जहर बनाने की कोशिश करते हैं, और एक ओ भगत जन ने जो जहर भी पी लेने ते अमृत हो जाए, जिन्हां दी कोशिश आउंदी है जहर नूं अमृत करना, और कई दफा आम लोगों की कोशिश आउंदी है अमृत नूं भी जहर करना। तो मैं अर्ज कर रहा सी, ज्यों ज्यों मनुख के अंदर नाम बाणी का वासा हुंदा है, रब्बी रस पैदा हुंदा है, ते ज्यों पहुंचदा है कर्म खंड तक, संसार के रहबरी पुरुषों ने कहा है उत्थे कुछ चिन्ह प्रगट होणगे। इस्लाम अपने ढंग नाल कहंदा है, इस्लाम कहंदा है वो बंदा करामाती होवेगा, उहदी अपनी खोज है, अपने ढंग का कहना है। मुहम्मद साहब नाल उन्होंने बड़ियां करामातां जोड़ियां। मुहम्मद साहब ने तीर चलाया, चंद्रमा के 7 टुकड़े हो गए। मुहम्मद साहब एक खड्डे विच छुप गए, क्योंकि पिछे बहुत वड्डी सैना आ रही सी, मकड़ी ने जाला तन दिता, उत्थे छुप गए। इस तरह दीयां हज़ारां करामातां उन्होंने मुहम्मद साहब दे नाल जोड़ियां। कहने रब नाल जुड़े मनुख की पहचान होंदी है, ते पहचान वो इस ढंग नाल करांदे। इस वास्ते औरंगजेब ने साफ कह दिता सी कि करामात दिखाओ, गुरु तेग बहादुर साहब करामात दिखाओ, तां असीं मनांगे वरना नहीं। करामात दिखाने वास्ते राजी हो गए सन जब भेजे गए बाबा राम राय, उन्होंने बथेरियां करामातां दिखा दी। और फिर बाद विच गुरु हर राय साहब ने मुंह नहीं लाया, कहने लगे नहीं तू तो जादूगरी ते आ गया, मदारियां दे खेल करता रहा एक बादशाह के दरबार विच, उस तो डरदा होया उन्हें कहा कि तू दिखाण लग पे। और ऐसे मनुख उरार रह जाते हैं। बड़ा जिक्र है इन्हां सिद्धियां का, इस तरह के तांत्रिक योगा का, इस तरह दीयां करामातां दा भगतां तो प्रगट होंदियां ने। साहिब गुरु अर्जन देव जी महाराज का वाक है, परमाणु पर्यंत आकाशे दीप लो से खंडने, गछैण नैन भारैण नानक बिना साधु न सिद्धियत। एक स्टेज ऐसी जरूर है कि मनुख अगर चाहे तो अपने आप को परमाणु जितना बारीक कर सकता है, परमाणु, और फिर आकाशां विच वो उड़ सकता है और 9 खंड पृथ्वी का भ्रमण कर सकता है। गुरु अर्जन देव जी महाराज कहते 1 सैकंड विच अख की पुतली जितनी देर थले तो उपर आउंदी है, गछैण नैन भारैण नानक बिना साधु न सिद्धियत। इतनी वड्डी करामात भी मिल जाए तो बिना सतसंग तो, बिना सच तक पहुंचे अध्यात्मक रस नहीं मिलेगा। इसका मतलब रस्ते कुछ ये मिलता है। तो ये रस्ते की गल ही इस्लाम ने की, पहुँचती नहीं बई वो बंदा करामाती होंदा। करामाती के जोड़े उरार होंगे वो भी करन लग पैंदे ने। गोगिया पातशाह बहुत कुछ करता सी, हिंदुस्तान में बड़े योगी ने बड़ा कुछ करते हैं और लोग उन्होंने तो बड़ा प्रभावित हो जाते हैं। जमीन के थले दफन हो जाते हैं जिंदा योगी, और कहते हैं 1 महीने बाद कढ़ना, 1 महीने बाद निकलते हैं, जिंदा निकलते हैं। कुंभ के मेले योगियों के बहुत कुछ करतब देखने को मिलते। कोई कंडियां की सेजा से सो रहा होंगे, कोई अंगारियां ते पिया होंगे, कोई अपने आप को जमीन में दफन कर लेंदा। इस तरह की उन्होंने सिद्धियां मिल जाएंगे। लेकिन इसनों मेरे पातशाह ने मंजिले मकसूद नहीं दसिया। महाराज कहते हैं कुछ होर चिन्ह ने जिन्होंने वेखना पैगा। गुजड़ा लदम लाल मथे ही प्रगट किया। इस्लाम ने कह दिता है कि पहुंचे होया कर्म खंड जिहड़ा है वह करामाती होगा। भिरगू कहता उहदे हथ दे च उहदे पैर दे च पदम बनेगा, वो इंज कहता। तो जे पदम नहीं तो वह संत नहीं है, जे पदम नहीं तो ब्रह्म ज्ञान नहीं है, जे पदम नहीं तो वह अवतारी पुरुष नहीं। भिरगू की कही हुई गल किसी हद तक ऐसी भी सही हुई कि साडे देश के बहुत सारे अवतारी पुरुषों के चरणों या हथां च पदम से, और गुरु अमरदास जी के चरणों के भी पदम से।
श्री कृष्ण के चरणों च भी पद्म सी। विष्णु बारे शिव जी बारे भी कहते हैं हथ दे पद्म सी। बड़ियां लंबियां चौड़ियां इस तरीके दी कहानियां। हुण मैं एक गुरु अर्जन देव जी महाराज का वाक तुहाडे सामने रखा। यह है फुने छंद। फुने महला पंजवां। फुने कहते हैं पुन, एक गल नूं बार बार कहना। फुन का मतलब है बार बार, एक गल नूं बार बार दोहराना। पुन पुन कहना, पुन पुन, पुन का मतलब बार बार, दोबारा। फुने छंद, एक छंद दे विच कोई एक ख्याल बार बार आवे, ऐसे छंदा नूं कहंदे ने फुने छंद। वो गुरु अर्जन देव जी महाराज ने उचारण कीते ने। ਉਹਦੇ ਚ हर हाँ शब्द बार बार आउंदा, हर छंद दे च बार बार आउंदा, और ख्याल भी किसी हद तक इक्को ही चलते हैं। इस वास्ते इस तरह की शायरी नूं हिंदी ते संस्कृत जगत दे कहंदे ने फुने छंद। ये मेरे पातशाह ने उचारण किए हैं। फुने छंद दे गुरु अर्जन देव जी महाराज का वाक, मेरे हाथ पदम आंगन सुख बासना। जिन्होंने कभी सिलसिलावार पाठ किया होवे उन्होंने सामने छंद आया होगा। मेरे हाथ पदम आंगन सुख बासना, सखी मेरो कंठ रतन भेख दुख नासना। साहिब कहते मेरे हत्थों च पदम बन गए। गुरु अर्जन देव मेरा शब्द है, साफ किसी की गल नहीं, अपनी गल कर रहे। मेरे हाथ पदम, क्योंकि शायरी की रूप रेखा भी वेखनी आनी है, शब्दों भी वेखना होना कि की कह रहे हैं, अर्थबोध देखना हो। मेरे हाथ पदम आंगन सुख बासना। साहिब कहते मेरे हिरदे रूपी अंगन दे सुख हो गए, हथ दे पदम बन गए। भाई हथ दे पदम किस तरह बन गया? तो पातशाह कहते हैं सखी मेरो कंठ रतन भेख दुख नासना। परमात्मा का जोड़ा नाम है मेरे कंठ च वसिया, तो कंठ दे वसदे ही हथां दे पदम बन गए। इंज कहते हुण इतिहास नूं पढ़िए तो पदम गुरु अमरदास जी महाराज के चरणों च जरूर सी। बाकी किसी पातशाही का इतिहास के कोई जिक्र नहीं, किसी का भी। तुसीं पढ़ना सारा इतिहास, साडे कोल इतिहास है भाई साहब भाई संतोख सिंह जी का लिखा नहीं है। पदम राम के चरणों च भी नहीं सी, पदम ब्रह्मे के चरणों च नहीं सी, पदम महात्मा बुद्ध के चरणों च नहीं सी, पदम स्वामी महावीर के चरणों च नहीं सी। लेकिन पदम कई उपनिषदां के ऋषियों के चरणों च सी, जिन्हां ने उपनिषदां लिखियां ने। उपनिषदां 108 ने। ये पदम कहते हैं भिरगू के चरणों च भी सी, उहदे अपने चरणों च भी सी। और भिरगू की पहुँच बड़ी लंबी सी। उन्हें ग्रह नक्षत्रां का बड़ा भारी अध्ययन किया और संसार नूं ज्योतिष विद्या जिहड़ियां ना ये भी दिती, जिन्हों इल्मे नजूम कहते हैं, ये उसने दिता। ज्योतिष विद्या इस तो पहले नहीं सी। और यदी गल हर भारती ने मन लई कि करीबन करीबन परम पुरख के चरणों च पदम ते होना ही चाहिए, हथां दे पदम ते होना ही चाहिए। तो गुरु अर्जन देव जी महाराज का वाक, मेरे हाथ पदम आंगन सुख बासना। हुण उस पदम का जिक्र नहीं जो भिरगू कह रहे हैं। महाराज कहते हथां च बरकतां आ गई, पता नहीं किस तरह आ गई। ये कह रहे हथां दे बरकतां आ गई, पहले नहीं सन। हाथ बरकत भरे हो गए। मेरे हाथ पदम, ये हो ही नहीं सकता कि कंठ दे परमात्मा का नाम वस जाए, हिरदा रस नाल गदगद होवे ते हथ दे बरकते आउण, ये हो ही नहीं सकता। हथ दे बरकतां आ जाण लाजमी। हुण भट्ट भी जिक्र करते हैं, जिन्ना भट्टां दी बाणी है वो गुरु अमरदास जी महाराज का रूप साडे सामने रखते हैं। बारज कर दाहणे, भारज का मतलब है पदम। पदम होंदा है कमल का फुल, इनू संस्कृत दे कहंदे ने पदम। ते मैं शब्द कोश दे इहदे 18 नाम पढ़े ने कमल दे। इनू पदम भी कहंदे ने, इनू सौरभ भी कहंदे ने, इनू कंज भी कहंदे ने, इनू सारंग भी कहंदे ने। ये सारे इसके नाम हैं। और इनू बारज भी कहंदे ने। फुल एक है, ये बेशतर नाम ने, कई नाम ने। और धार्मिक दुनिया दे सिरमौर चिन्ह है बई फलाना ते कमल की तरह है। गुरु ग्रंथ साहब भी यही प्रमाण देंदे ने, उपनिषदां भी यही प्रमाण देंदियां ने, वेद भी यही कहंदे ने कि इस बंदे नूं ते कमल की तरह रहने की जाच आ गई।
ਤੇ ਜਿਹਨੂੰ ਕਮਲ ਦੀ ਤਰ੍ਹਾਂ ਰਹਿਣ ਦੀ ਜਾਚ ਆ ਗਈ ਉਹ ਤੇ ਸਾਰੇ ਦਾ ਸਾਰਾ ਆਪ ਹੀ ਪਦਮ ਹੋ ਗਿਆ, ਆਪ ਹੀ ਕਮਲ ਹੋ ਗਿਆ। ਜਾਪਦਾ ਭਿਰਗੂ ਨੇ ਮੋਟੇ ਰੂਪ ਵਿੱਚ ਗੱਲ ਕਹਿ ਦਿੱਤੀ, ਕੁਛ ਰਿਸ਼ੀ ਮੁਨੀਆਂ ਨੇ ਬਾਰੀਕ ਗੱਲ ਕਹਿ ਦਿੱਤੀ। ਪਦਮ ਪੈਰਾਂ 'ਚ ਹੀ ਨਹੀਂ ਹੋਵੇਗਾ ਤੇ ਸਾਰਾ ਹੀ ਪਦਮ ਹੋ ਜਾਏਗਾ, ਮੁਕੰਮਲ ਪਦਮ ਹੋ ਜਾਏਗਾ। ਪਦਮ ਦਾ ਮਤਲਬ ਕਮਲ, ਕਿਉਂਕਿ ਕਮਲ ਦੀ ਤਰ੍ਹਾਂ ਤੇ ਰਹਿੰਦਾ ਪਿਆ। ਪਰ ਇਤਨੀ ਗੱਲ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ, ਕੁਛ ਰੇਖਾ ਨੇ ਪੈਰਾਂ ਦੇ 'ਚ, ਹੱਥ ਦੇ 'ਚ, ਉਹ ਰੇਖਾ ਬਿਲਕੁਲ ਕਮਲ ਦੀ ਤਰ੍ਹਾਂ ਹੀ ਖੜੀਆਂ ਹੁੰਦੀਆਂ, ਹੱਥ ਦੇ 'ਚ ਆਉਂਦੀਆਂ ਨੇ ਜਾਂ ਪੈਰਾਂ ਦੇ 'ਚ। ਤੋ ਹੁਣ ਭੱਟ ਕਹਿੰਦੇ ਨੇ, ਹੇ ਗੁਰੂ ਅਮਰਦਾਸ ਜੀ, ਬਾਰਜ ਕਰ ਦਾਹਣੇ, ਤੁਹਾਡੇ ਦਾਹਿਣੇ ਹੱਥ ਦੇ 'ਚ ਪਦਮ। ਹੁਣ ਇਹ ਗੁਰੂ ਗ੍ਰੰਥ ਸਾਹਿਬ ਦੇ ਵਾਕ ਮੈਂ ਸਾਰੇ ਤੁਹਾਡੇ ਸਾਹਮਣੇ ਰੱਖ ਰਿਹਾ। ਅਗਰ ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਆਧਾਰ ਨਾ ਹੋਵੇ ਤੇ ਫਿਰ ਮੈਂ ਬਾਹਰ ਦੀ ਗੱਲ ਬਿਲਕੁਲ ਨਹੀਂ ਕਰਦਾ, ਕਿਉਂਕਿ ਆਧਾਰ ਹੋਵੇ ਤਾਂ ਹੀ ਕਰਦਾ। ਆਧਾਰ ਹੀ ਨਹੀਂ, ਜਿਸ ਗੱਲ ਨਾਲ ਗੁਰਮਤਿ ਸਹਿਮਤ ਨਹੀਂ, ਉਸਦੀ ਚਰਚਾ ਕਿਉਂ ਕਰੀਏ, ਉਹਦੀ ਗੱਲ ਕਿਉਂ ਕਰੀਏ। ਤੋ ਉਪਨਿਸ਼ਦਾਂ ਵਿੱਚ ਭਿਰਗੂ ਨੇ ਜਿਸ ਪਦਮ ਦਾ ਜ਼ਿਕਰ ਕੀਤਾ ਹੈ, ਪਦਮ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈ। ਔਰ ਗੁਰੂ ਅਰਜਨ ਦੇਵ ਜੀ ਤੇ ਖੁੱਲੇ ਰੂਪ ਵਿੱਚ ਕਹਿੰਦੇ ਨੇ, ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ, ਸਖੀ ਮੇਰੋ ਕੰਠ ਰਤਨ ਭੇਖ ਦੁਖ ਨਾਸਨਾ। ਹੇ ਸਖੀ, ਮੇਰੇ ਕੰਠ ਦੇ 'ਚ ਐਸਾ ਪ੍ਰਮਾਤਮਾ ਦਾ ਨਾਮ ਵਸਿਆ, ਹੱਥਾਂ 'ਚ ਪਦਮ ਬਣ ਗਏ। ਔਰ ਭੱਟ ਕਹਿ ਰਹੇ ਨੇ, ਬਾਰਜ ਕਰ ਦਾਹਣੇ, ਹੇ ਗੁਰੂ ਅਮਰਦਾਸ ਜੀ, ਤੁਹਾਡੇ ਦਾਹਿਣੇ ਹੱਥ ਦੇ 'ਚ ਪਦਮ ਹੈ। ਹੁਣ ਇਤਿਹਾਸ ਪੜ੍ਹੀਏ, ਪਦਮ ਗੁਰੂ ਅਮਰਦਾਸ ਜੀ ਦੇ ਦਾਹਿਣੇ ਹੱਥਾਂ 'ਚ ਨਹੀਂ ਸੀ, ਖੱਬੇ ਪੈਰ ਦੇ 'ਚ ਸੀ, ਚਰਨਾਂ ਵਿੱਚ ਸੀ, ਹੱਥ ਦੇ 'ਚ ਨਹੀਂ ਸੀ। ਇਤਿਹਾਸ ਇਹੀ ਕਹਿੰਦਾ, ਕਿਉਂਕਿ ਸਾਹਿਬ ਜਿਉਂ ਬਾਹਰ ਆ ਕੇ ਬੈਠੇ ਨੇ ਇਸ਼ਨਾਨ ਕਰਕੇ, ਗੰਗਾ ਤੋਂ ਬਾਹਰ ਨਿਕਲੇ ਨਾ, ਤਾਂ ਪੈਰਾਂ ਦੇ ਜਿਹੜਾ ਪਦਮ ਸੀ ਉਹ ਬ੍ਰਾਹਮਣ ਨੂੰ ਦਿਖਾਈ ਦਿੱਤਾ। ਉਹਨੇ ਇੱਕਦਮ ਆ ਕੇ ਮੱਥਾ ਟੇਕਿਆ, ਪਾਤਸ਼ਾਹ ਤੁਹਾਡੇ ਚਰਨਾਂ 'ਚ ਪਦਮ। ਜੋਤਿਸ਼ ਵਿਦਿਆ ਦਾ ਉਹ ਮਾਹਿਰ ਸੀ, ਇਲਮ ਨਜੂਮ ਦਾ ਉਹ ਮਾਹਿਰ ਸੀ। ਕਹਿਣ ਲੱਗਾ, ਪਾਤਸ਼ਾਹ ਮੇਰੀ ਜੋਤਿਸ਼ ਵਿਦਿਆ ਗਲਤ ਨਹੀਂ। ਔਰ ਉਹ ਬ੍ਰਾਹਮਣ ਨਾਲ ਪਿੱਛੇ ਚੱਲ ਪਿਆ, ਸੇਵਾਦਾਰ, ਸੇਵਾ ਕਰਨ ਲੱਗ ਪਿਆ। ਮਹਾਰਾਜ ਕਹਿੰਦੇ, ਤੂੰ ਭੁਲੇਖੇ 'ਚ ਹੈ, ਮੇਰੀ ਸੇਵਾ ਨਾ ਕਰ। ਬ੍ਰਾਹਮਣ ਕਹਿੰਦਾ, ਨਹੀਂ ਮਹਾਰਾਜ, ਪਦਮ ਹੈ, ਬੀਜ ਪਿਆ, ਇਹ ਅੰਕੁਰਿਤ ਵੀ ਹੋਵੇਗਾ, ਇਹ ਪ੍ਰਫੁੱਲਤ ਵੀ ਹੋਵੇਗਾ। ਆਖਰ ਉਸ ਬ੍ਰਾਹਮਣ ਦੇ ਦੇਖਦਿਆਂ ਦੇਖਦਿਆਂ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਹੋਏ। ਔਰ ਅੱਜ ਗੁਰੂ ਅਮਰਦਾਸ ਜੀ ਮਹਾਰਾਜ ਉਸ ਬ੍ਰਾਹਮਣ ਨੂੰ ਬੁਲਾ ਕੇ ਕਹਿੰਦੇ ਨੇ, ਬਈ ਸਾਡਾ ਦਿਲ ਕਰਦਾ ਹੈ, ਤੂੰ ਬ੍ਰਾਹਮਣ ਹੋ ਕੇ ਬੜੀ ਸੇਵਾ ਕੀਤੀ ਹੈ, ਲੰਗਰ ਦੀ, ਪੰਗਤ ਦੀ, ਸੰਗਤ ਦੀ ਬੜੀ ਸੇਵਾ ਕੀਤੀ, ਤੇ ਅਸੀਂ ਤੈਨੂੰ ਕੁਝ ਦੇਣਾ ਚਾਹੁੰਦੇ ਹਾਂ, ਪਰ ਐਸਾ ਦੇਣਾ ਚਾਹੁੰਦੇ ਹਾਂ ਜੋ ਤੇਰੀ ਮੰਗ ਹੋ ਗਈ। ਬ੍ਰਾਹਮਣ ਸੀ, ਬੜਾ ਸਿਆਣਾ ਸੀ, ਸ਼ਾਇਰ ਸੀ, ਕਵੀ ਸੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਸ ਦੀ ਮੰਗ ਲਿਖੀ ਹੈ। ਕਹਿੰਦਾ, ਹੈ ਪਾਤਸ਼ਾਹ, ਜੋ ਨਾਮ ਦੇਵੋ ਧਨ ਨਾ ਦੇਵੋ, ਨਾਮ ਬਿਹੂਨ ਜਨ ਜੰਪੁਰ ਜਾਏ ਹੈ। ਜੋ ਧਨ ਦੇਵੋ ਨਾਮ ਨਾ ਦੇਵੋ, ਧਨ ਬਿਹੂਨ ਜਗਤ ਨਾ ਸੁਹਾਏ। ਐ ਮੇਰੇ ਪਾਤਸ਼ਾਹ, ਜੇ ਤੂੰ ਧਨ ਦੇ ਦੇਵੇਂ ਤੇ ਨਾਮ ਨਾ ਦੇਵੇਂ, ਤੇ ਨਾਮ ਤੋਂ ਬਿਨਾਂ ਤੇ ਬੰਦਾ ਜਨਮ ਮਰਨ ਦੇ ਧੱਕੇ ਖਾਂਦਾ, ਤੇ ਜੇ ਤੂੰ ਨਾਮ ਦੇ ਦੇਵੇਂ, ਧਨ ਨਾ ਦੇਵੇਂ, ਤੇ ਸੰਸਾਰ ਨਹੀਂ ਚੰਗਾ ਲੱਗਦਾ, ਇਹ ਜਗਤ ਨਹੀਂ ਚੰਗਾ ਲੱਗਦਾ। ਬੰਦਾ ਇਸ ਸੰਸਾਰ ਵਿੱਚ ਠੋਕਰਾਂ ਖਾਂਦਾ ਹੈ, ਇਸ ਲੋਕ ਵਿੱਚ ਠੋਕਰਾਂ ਖਾਂਦਾ ਹੈ। ਜੋ ਧਨ ਦੇਵੋ ਨਾਮ ਨਾ ਦੇਵੋ, ਨਾਮ ਬਿਹੂਨ ਜਨ ਜੰਪੁਰ ਜਾਏ ਹੈ। ਜੋ ਨਾਮ ਦੇਵੋ ਧਨ ਨਾ ਦੇਵੋ, ਧਨ ਬਿਹੂਨ ਜਗਤ ਨਾ ਸੁਹਾਏ। ਗੁਰੂ ਅਮਰਦਾਸ ਤੇ ਜੋ ਕੇ ਨੰਦਨ, ਮੇਰੇ ਦੋਨੋਂ ਪੰਥ ਚਲਾਏ। ਬ੍ਰਾਹਮਣ ਕਹਿੰਦਾ ਹੈ, ਇਹ ਤੇਜਭਾਨ ਦੇ ਪੁੱਤਰ, ਗੁਰੂ ਅਮਰਦਾਸ ਜੀ ਮਹਾਰਾਜ ਦੇ ਪਿਤਾ ਦਾ ਨਾਂ ਸੀ ਤੇਜਭਾਨ। ਤੇਜਭਾਨ ਦੇ ਇਸ ਸੁੱਤ ਨੇ ਐਸੀ ਬਖਸ਼ਿਸ਼ ਕੀਤੀ ਹੈ, ਮੇਰਾ ਲੋਕ ਪਰਲੋਕ ਦੋਹੇ ਸੁਹੇਲਾ ਕਰ ਦਿੱਤਾ। ਮੈਨੂੰ ਲੋਕ ਦੀਆਂ ਖੁਸ਼ੀਆਂ ਵੀ ਦੇ ਦਿੱਤੀਆਂ, ਮੈਨੂੰ ਪਰਲੋਕ ਦਾ ਆਨੰਦ ਵੀ ਦੇ ਦਿੱਤਾ। ਤੇ ਬ੍ਰਾਹਮਣ ਕਹਿਣ ਲੱਗਾ, ਪਾਤਸ਼ਾਹ, ਮੇਰੀ ਜੋਤਿਸ਼ ਵਿਦਿਆ ਗਲਤ ਨਹੀਂ, ਮੇਰਾ ਇਲਮੇ ਨਜੂਮ ਗਲਤ ਨਹੀਂ, ਮੈਂ ਭਿਰਗੂ ਸੰਗਿਆ ਪੜ੍ਹੀ ਹੈ, ਇਹ ਗਲਤ ਨਹੀਂ, ਤੁਹਾਡੇ ਚਰਨਾਂ 'ਚ ਪਦਮ ਹੈ। ਸਾਹਿਬ ਗੁਰੂ ਅਮਰਦਾਸ ਜੀ ਕਹਿਣ ਲੱਗੇ, ਠੀਕ ਹੈ, ਤੇਰੀ ਆਪਣੀ ਵਿਦਿਆ ਕਿਸੇ ਹੱਦ ਤੱਕ ਸਹੀ ਹੈ, ਪਰ ਅਗਾਂਹ ਨਹੀਂ ਵੀ ਸਹੀ, ਔਰ ਅਗਾਂਹ ਨਹੀਂ ਸਹੀ ਤਾਂ ਇਸ ਦਾ ਅਧਿਐਨ ਕਰ। ਤੇਰੇ ਕੋਲ ਆਤਮਿਕ ਆਨੰਦ ਆ ਗਿਆ, ਤੇਰੇ ਕੋਲ ਰਸ ਆ ਗਿਆ, ਦੱਸ ਤੇਰੇ ਚਰਨਾਂ 'ਚ ਪਦਮ। ਅਧਿਆਤਮਿਕ ਰਸ ਉਸ ਬ੍ਰਾਹਮਣ ਨੂੰ ਮਿਲ ਗਿਆ ਸੀ, ਉਹਦੀ ਸੁਰਤ ਜੁੜ ਗਈ ਸੀ।
ਉਹਦੀ ਸਮਾਧੀ ਲੱਗ ਗਈ ਸੀ, ਰੱਬੀ ਰਸ ਤੱਕ ਪਹੁੰਚ ਗਿਆ ਸੀ, ਆਤਮਿਕ ਆਨੰਦ ਤੱਕ ਪਹੁੰਚ ਗਿਆ ਸੀ। ਸਾਹਿਬ ਕਹਿਣ ਲੱਗੇ ਕਿਸੇ ਹੱਦ ਤੱਕ ਸਹੀ ਹੈ, ਮੁਕੰਮਲ ਸਹੀ ਨਾ ਮਨੀ, ਬਿਲਕੁਲ ਸਹੀ ਨਾ ਮਨੀ। ਤੋ ਪਦਮ ਦੀ ਗੱਲ ਗੁਰੂ ਨਾਨਕ ਦੇ ਚਰਨਾਂ 'ਚ ਨਹੀਂ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਨਹੀਂ ਹੈ, ਮਹਾਤਮਾ ਬੁੱਧ ਦੇ ਚਰਨਾਂ 'ਚ ਨਹੀਂ ਹੈ, ਸਵਾਮੀ ਮਹਾਵੀਰ ਦੇ ਚਰਨਾਂ 'ਚ ਨਹੀਂ, ਕਿਧਰੇ ਕਿਧਰੇ ਹੈ। ਉਪਨਿਸ਼ਦਾਂ ਦੇ ਰਿਸ਼ੀ ਸ੍ਰੀ ਕ੍ਰਿਸ਼ਨ, ਗੁਰੂ ਅਮਰਦਾਸ ਜੀ, ਕੁਝ ਹੋਰ ਮਹਾਂਪੁਰਸ਼ ਜਿਨ੍ਹਾਂ ਦੇ ਚਰਨਾਂ ਦੇ 'ਚ ਹੱਥਾਂ ਦੇ 'ਚ ਪਦਮ ਦਿਖਾਈ ਦਿੰਦੇ ਨੇ। ਤੋ ਭੱਟ ਕਹਿੰਦੇ ਨੇ, ਹੇ ਗੁਰੂ ਅਮਰਦਾਸ ਜੀ, ਬਾਰਜ ਕਰ ਦਾਹਣੇ ਸਿੱਧ ਸਨ ਮੁਖ ਮੁਖ ਜੋ ਹੈ। ਬਈ ਤੁਹਾਡੇ ਦਹਿਣੇ ਹੱਥ ਵਿੱਚ ਬਾਰਜ ਹੈ, ਪਦਮ ਹੈ, ਤੇ ਸਿੱਧੀਆਂ ਬੈਠੀਆਂ ਨੇ ਸਾਹਮਣੇ। ਰਿੱਧ ਬਸੇ ਬਾਵਾਂਗ ਜੋ ਤੀਨ ਲੋਕਾਂਤਰ ਮੋਹ ਹੈ। ਤੇ ਤੁਹਾਡਾ ਜਿਹੜਾ ਬਾਵਾਂਗ ਬਾਇਆ ਹੱਥ ਹੈ ਇਹ ਵੀ ਖਾਲੀ ਨਹੀਂ, ਇਹਦੇ 'ਚ ਰਿੱਧੀਆਂ ਨੇ, ਸੱਜੇ ਹੱਥ ਵਿੱਚ ਪਦਮ ਹੈ, ਮੁਖੜੇ ਦੇ ਸਾਹਮਣੇ ਸਿੱਧੀਆਂ ਬੈਠੀਆਂ ਨੇ। ਇਹ ਸਭ ਕੁਝ ਕਿਸ ਤਰ੍ਹਾਂ ਹੋ ਗਿਆ? ਰਿਦੇ ਬਸੇ ਅਕਿਹੋ ਸੋਰਸ ਤਿਨ ਹੀ ਜਾਤੋ, ਮੁਖੋਂ ਭਗਤ ਉਚਰੇ ਅਮਰ ਗੁਰ ਇਕ ਰੰਗ ਰਾਤੋ। ਇਹ ਗੁਰੂ ਅਮਰਦਾਸ ਜੀ, ਉਹ ਜਿਹੜਾ ਇੱਕ ਨਾਮ ਦਾ ਰਸ ਹੈ ਨਾ, ਇੱਕ ਰਸ, ਉਹ ਜਿਹੜਾ ਤੁਹਾਡੇ ਹਿਰਦੇ 'ਚ ਆਣ ਕੇ ਵਸਿਆ ਹੈ, ਹੱਥ ਵਿੱਚ ਪਦਮ ਬਣ ਗਿਆ, ਬਾएं ਹੱਥ ਵਿੱਚ ਰਿਧੀਆਂ ਆ ਗਈਆਂ, ਮੁਖੜੇ ਦੇ ਸਾਹਮਣੇ ਸਿੱਧੀਆਂ ਬੈਠੀਆਂ ਨੇ। ਜਿਸ ਸਿੱਧੀਆਂ ਦੇ ਲਈ ਜਗਤ ਤਰਸਦਾ ਹੈ ਉਹ ਤੁਹਾਡੇ ਆਲੇ ਦੁਆਲੇ ਬੈਠੀ, ਤੁਹਾਡੇ ਹੱਥਾਂ 'ਚ ਨੇ। ਇੰਨੀਆਂ ਬਰਕਤਾਂ। ਦਰਅਸਲ ਮਹਾਂਪੁਰਸ਼ ਸਿੱਧੀਆਂ ਰਿਧੀਆਂ ਤੋਂ ਅਗਾਂਹ ਲੰਘ ਜਾਂਦਾ, ਇਤਨੀ ਮੈਂ ਅਰਜ਼ ਕਰਦੇ ਹਾਂ। ਜੋ ਸਿੱਧੀਆਂ ਰਿਧੀਆਂ ਦੇ 'ਚ ਰੁਕ ਗਿਆ ਹੈ, ਅਜੇ ਸੱਚਖੰਡ ਕਰਮਖੰਡ ਦੀ ਛੋਹ ਉਸ ਨੂੰ ਨਹੀਂ ਲੱਗੀ। ਹੋ ਸਕਦਾ ਹੈ ਸਰਮਖੰਡ ਤੱਕ ਪਹੁੰਚੇ, ਕਿਉਂਕਿ ਸਰਮਖੰਡ ਦੇ 'ਚ ਮਨ ਘੜਿਆ ਜਾਂਦਾ, ਉੱਥੇ ਸਿੱਧੀਆਂ ਮਿਲ ਜਾਂਦੀਆਂ, ਪਰ ਕਈ ਇੱਥੇ ਰੁਕ ਜਾਂਦੇ, ਬਹੁਤ ਸਾਰੇ ਰੁਕ ਜਾਂਦੇ, ਔਰ ਸਿੱਧੀਆਂ ਦਾ ਪ੍ਰਗਟਾਵਾ ਵੀ ਕਰਨ ਲੱਗ ਪੈਂਦੇ ਨੇ ਕਈ ਮਦਾਰੀਆਂ ਦੀ ਤਰ੍ਹਾਂ। ਇਸ ਵਕਤ ਸਾਡੇ ਦੇਸ਼ ਵਿੱਚ ਇੱਕ ਸਾਈਂ ਬਾਬਾ ਹੈ, ਉਹ ਥਾਂ ਥਾਂ ਤੇ ਪ੍ਰਗਟਾਵਾ ਕਰਦਾ, ਕੇਸਾਂ ਦੇ 'ਚੋਂ ਰਾਖ ਕੱਢਦਾ, ਹੱਥਾਂ ਦੇ 'ਚੋਂ ਫਲ ਕੱਢ ਲਏਗਾ, ਫੁੱਲ ਕੱਢ ਲਏਗਾ, ਘੜੀਆਂ ਕੱਢ ਲਏਗਾ, ਕੱਪੜੇ ਕੱਢ ਲਏਗਾ, ਲੋਕੀ ਦੇਖਦੇ ਨੇ ਦੰਗ ਰਹਿ ਜਾਂਦਾ। ਮੈਨੂੰ ਇੱਧਰ ਮਦਰਾਸ ਜਾਣ ਦਾ ਮੌਕਾ ਮਿਲਿਆ ਵਿਸਾਖੀ ਤੇ ਇੱਕ ਮਾਤਾ ਕਹਿਣ ਲੱਗੇ, ਗਿਆਨੀ ਜੀ ਅਜੋਕੇ ਯੁੱਗ ਦੇ ਅਵਤਾਰੀ ਪੁਰਸ਼ ਨੇ ਸਾਈਂ ਬਾਬਾ। ਮੈਂ ਕਿਹਾ ਗੱਲ ਹੈ, ਮੈਂ ਬੜਿਆਂ ਦੀ ਸੰਗਤ ਕੀਤੀ ਤੇ ਬੜੇ ਧਰਮ ਗ੍ਰੰਥਾਂ ਦਾ ਅਧਿਐਨ ਵੀ ਕੀਤਾ, ਪਰ ਅਜੇ ਤੱਕ ਮੈਨੂੰ ਇਹ ਨਹੀਂ ਪਤਾ ਚੱਲ ਸਕਿਆ ਪੂਰਨ ਸੰਤ ਕੌਣ ਹੈ ਤੇ ਕਿਹੜਾ ਨਹੀਂ। ਅਜੇ ਤੱਕ ਕਈਆਂ ਤੋਂ ਧੋਖਾ ਵੀ ਖਾ ਜਾਈਦਾ, ਕੱਖ ਨਹੀਂ ਪਤਾ ਚੱਲਦਾ। ਤੈਨੂੰ ਕਿਸ ਤਰ੍ਹਾਂ ਪਤਾ ਚੱਲ ਗਿਆ ਪੂਰਨ ਅਵਤਾਰੀ ਪੁਰਸ਼ ਨੇ? ਤੇਰੇ ਕੋਲ ਕਿਹੜਾ ਪੈਮਾਨਾ, ਤੂੰ ਕਿਹੜੇ ਮੀਟਰ ਨਾਲ ਨਾਪ ਲਿਆ? ਮੈਨੂੰ ਕਹਿੰਦੇ ਕਿ ਤੁਹਾਨੂੰ ਨਹੀਂ ਪਤਾ ਉਹਦੇ ਕੇਸਾਂ 'ਚ ਰਾਖ ਨਿਕਲਦੀ ਹੈ, ਹੱਥਾਂ 'ਚੋਂ ਰਾਖ ਨਿਕਲਦੀ, ਔਰ ਉਹ ਹਜ਼ਾਰਾਂ ਬੰਦਿਆਂ ਦੇ ਸਾਹਮਣੇ ਕੱਢਦਾ। ਮੈਂ ਕਹੇ ਕਿ ਮੈਨੂੰ ਪਤਾ ਹੈ, ਪਰ ਜੇ ਤੂੰ ਸਿਰਫ ਰਾਖ ਦੇ ਹੀ ਦਰਸ਼ਨ ਕਰਨੀ ਹੈ ਤਾਂ ਹਿੰਦੁਸਤਾਨ ਦੇ ਵਿੱਚ ਘਰ ਘਰ ਦੇ ਚੁੱਲ੍ਹਿਆਂ 'ਚ ਬਥੇਰੀ ਰਾਖ ਪਈ ਹੈ, ਜਿਤਨੀ ਦਰਸ਼ਨ ਕਰਨੀ ਹੈ ਰੱਜ ਕੇ ਕਰ ਲੈ। ਮਹਾਂਪੁਰਸ਼ ਦੀ ਇਹ ਕੋਈ ਪਹਿਚਾਣ ਨਹੀਂ ਕਿ ਉਹਦੇ ਕੇਸਾਂ 'ਚੋਂ ਰਾਖ ਨਿਕਲੇ, ਉਹਦੇ ਹੱਥਾਂ 'ਚੋਂ ਰਾਖ ਨਿਕਲੇ। ਤੇ ਮਦਾਰੀਆਂ ਦਾ ਕੰਮ ਹੈ, ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋ ਗਨ ਕੇ ਆਵਤ ਲਾਜਾ। ਮਨ ਦੀ ਇਕਾਗਰਤਾ ਤੇ ਹੋ ਗਈ, ਹਿਰਦੇ ਦੀ ਸ਼ੁੱਧੀ ਨਹੀਂ ਹੋਈ। ਸ਼ਰਮਖੰਡ ਵਿੱਚ ਹਿਰਦੇ ਦੀ ਸ਼ੁੱਧੀ ਨਹੀਂ ਆਉਂਦੀ, ਸਿਰਫ ਮਨ ਦੀ ਇਕਾਗਰਤਾ ਹੋ ਗਈ, ਸਿਰਫ ਬੁੱਧੀ ਸਹੀ ਫੈਸਲੇ ਦਿੰਦੀ ਹੈ, ਸਿਰਫ ਚੇਤਾ ਕਰੀਬਨ ਸਹੀ ਪਾਸੇ ਰਾਗਬ ਹੁੰਦਾ ਹੈ, ਲੇਕਿਨ ਪੂਰਨ ਤੌਰ ਤੇ ਸ਼ੁੱਧੀ ਨਹੀਂ ਹੁੰਦੀ, ਅਸ਼ੁੱਧੀ ਬਣੀ ਰਹਿੰਦੀ ਹੈ, ਪਿੱਛੇ ਮੁੜਨ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਹ ਜਿਹੜੀਆਂ ਸਿੱਧੀਆਂ ਰਿੱਧੀਆਂ ਨੇ ਭਟਕਾ ਕੇ ਰੱਖ ਦਿੰਦੀਆਂ ਨੇ, ਔਰ ਇੱਥੇ ਹੀ ਆ ਕੇ ਮਨੁੱਖ ਧਾਗੇ ਤਵੀਜ਼ਾਂ ਦੇ ਚੱਕਰ 'ਚ ਵੀ ਪੈ ਜਾਂਦਾ, ਇਹਨਾਂ ਨੇ ਕਮੀਆਂ ਗੱਲਾਂ 'ਚ ਵੀ ਪੈ ਜਾਂਦਾ, ਔਰ ਇੱਥੋਂ ਲੋਕੀ ਅਕਸਰ ਮੋੜਾ ਖਾ ਜਾਂਦੇ ਨੇ। ਤੋ ਖੈਰ ਭੱਟ ਕਹਿ ਰਹੇ ਨੇ, ਹੇ ਗੁਰੂ ਅਮਰਦਾਸ ਜੀ, ਉਹ ਇੱਕ ਰਸ ਪਰਮਾਤਮਾ ਦਾ ਤੁਹਾਡੇ ਹਿਰਦੇ 'ਚ ਵਸਿਆ ਹੈ, ਤੁਹਾਡੇ ਦਹਿਣੇ ਹੱਥ ਦੇ ਪਦਮ ਬਣ ਗਏ, ਔਰ ਖੱਬੇ ਹੱਥ ਦੇ ਰਿੱਧੀਆਂ, ਮੁਖੜੇ ਦੇ ਸਾਹਮਣੇ ਸਿੱਧੀਆਂ। ਤੁਸੀਂ ਇਹਨਾਂ ਦੇ 'ਚ ਲੀਨ ਨਹੀਂ ਹੋ, ਇਹ ਤੁਹਾਡੇ ਪਿੱਛੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਵਾਕ ਮੈਂ ਤੁਹਾਡੇ ਸਾਹਮਣੇ ਰੱਖਾਂ, ਜਿਸ ਤੋਂ ਪਤਾ ਚੱਲੇਗਾ ਮੇਰੇ ਪਾਤਸ਼ਾਹ ਕਿਤਨੇ ਅਗਾਹ ਨੇ। ਕ੍ਰਿਸ਼ਨਾ ਅਵਤਾਰ ਦੇ ਅੰਦਰ ਇਸ ਸਤਿਗੁਰੂ ਦਾ ਇੱਕ ਛੰਦ ਹੈ, ਦਸਮ ਗ੍ਰੰਥ ਦੇ। ਮਹਾਰਾਜ ਇੱਥੇ ਕਹਿੰਦੇ ਨੇ, ਜੋ ਕਿਛ ਇੱਛ ਕਰੋ ਧਨ ਕੀ ਤੋ ਚਲਿਓ ਧਨ ਦੇਸਨ ਦੇਸ ਤੇ ਆਵੇ, ਔ ਸਭ ਰਿੱਧਨ ਸਿੱਧਨ ਪੇ ਹਮਰੋ ਨਹੀਂ ਨੈਕ ਹਿਆ ਲਲਚਾਵੇ। ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ। ਸਾਹਿਬ ਕਹਿੰਦੇ ਨੇ, ਹੇ ਅਕਾਲ ਪੁਰਖ, ਤੇਰਾ ਨਾਮ ਜਪਦਿਆਂ ਜਪਦਿਆਂ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਅੰਦਰ ਹੁਣ ਧਨ ਦੀ ਮੰਗ ਨਹੀਂ, ਮੈਂ ਨਹੀਂ ਮੰਗਦਾ ਤੇਰੇ ਕੋਲ, ਔਰ ਕਤਈ ਨਹੀਂ ਮੰਗਦਾ। ਜੋ ਕਿਛ ਇੱਛ ਕਰੋ ਧਨ ਕੀ, ਧਨ ਦੀ ਇੱਛਾ ਰੱਖਣ ਵਾਲਾ ਮਨੁੱਖ ਅਜੇ ਧਨ ਤੱਕ ਪਹੁੰਚੇ, ਇਤਨੀ ਮੈਂ ਅਰਜ਼ ਕਰਦੇ ਹਾਂ। ਧਨ ਤੋਂ ਅੱਗੇ ਨਹੀਂ ਲੰਘਿਆ, ਉਹ ਇਤਨਾ ਅੱਗੇ ਲੰਘ ਜਾਏ ਕਿ ਧਨ ਉਸ ਦੇ ਪਿੱਛੇ ਚਲੇ, ਪਰ ਜੇ ਉਹ ਧਨ ਦੇ ਪਿੱਛੇ ਚੱਲ ਰਿਹਾ ਜੇ ਧਰਮੀ ਨਹੀਂ, ਇਤਨੀ ਮੈਂ ਅਰਜ਼ ਕਰਦੇ ਹਾਂ। ਇਹ ਪਹਿਚਾਨ ਹੈ, ਜੋ ਧਨ ਦੇ ਪਿੱਛੇ ਚੱਲ ਰਿਹਾ
अजे धर्मी नहीं कि जो धर्म के पीछे चल पैंदा है धन उसके पीछे चलता है। तो शायद कह रहे हैं जो किछ इच्छ करो धन की तो चलियो धन देसन देश ते आवे। देशां देशांतरां तो धन दियां पंडां आप ही चल के आ रही हैं मेरे पीछे, मैनू लोड़ भी नहीं, मेरी इच्छा भी नहीं, मैं इच्छा भी नहीं की थी। जो किछ इच्छ करो धन की तो चलियो धन देसन देश ते आवे। और सब रिद्धन सिद्धन पे हमरो नहीं नैक हिया ललचावे। साधु संत रिधियां सिद्धियां चाहते ने, ये अकाल पुरख ना मैं मंगदा ना ये मैनू चाहिए, मैनू लोड़ ही नहीं, मैं कतई इन्हां रिधियां सिद्धियां का मुतलाशी नहीं, मैनू नहीं चाहिए। जिस वक्त मेरे पातशाह पाउंटा साहब दसम ग्रंथ की रचना कर रहे सन उत्थे लिखिया है सतगुरां ने पाउंटा साहब विच 52 कवि भी उत्थे ही नाल सन। एक दिन शिकार खेडते खेडते सतगुरु बहुत दूर चले गए तो दोपहरां ढल गईयां, शाम नूं जो वापस आण लगे तो गर्मियां दे दिन सन, हिंदुस्तान की गर्मी। एक योगी चारों पासे धूणा तपा के बैठा सी, अग बाल के ते विचकार बैठा सी। ते साहब कहने लगे योगी राज उंज ही बड़ी गर्मी है, सूरज बड़ा तपया पिया है, इतनी गर्मी ते तू चारों पासे अग बाल के बैठा है, शरीर नूं इतना नहीं सताना चाहिए। उस परिपूर्ण परमात्मा ने इतना कोमल ते इतनी कीमती काया दिती है, इसनूं काया नूं इस तरीके नाल भ्रष्ट नहीं करना चाहिए। योगी कहने लगा महाराज थानू पता ही नहीं, तन दे तपाण दे नाल परमात्मा सिद्धि प्राप्त होती है, परमात्मा मिलता है। पता सतगुरां ने उत्थे की आख्या, बकायदा काल उस्तद विच दर्ज है, ताप के किए ते जोपे पाइए अताप नाथ। तापना अनेक तन घायल सहत। तन दे तपाण नाल जे रब मिलता होवे ते जिन्हां नूं बुखार चढ़िया उन्हां नूं रब मिलना चाहिए। 104 डिग्री का बुखार चढ़िया होवे, धूणा तपाण की की लोड़ है, आपे ही धूणा तपिया ते पिंडा ते बलदा पे। जाप के किए ते जो पे पाइए अजाप नाथ पूदना सदीव तू ही उच्चरत। तू जिहड़ा जाप करदा पिया ते इहदे नाल भी किधरे रब मिलदा होवे तो हिंदुस्तान विच एक पंछी उहनूं पूदना कहंदे ने, कबूतर तो थोड़ा जिहा छोटा हुंदा है, ਉਹਦੀ आवाज़ है तू ही इंज बोलता है, जिथे बैठा हो ये बोलता है। पंजाब विच भी है, मध्य भारत विच है, गर्म इलाकों है, जिथे जिथे गर्मी पैंदी है ये पंछी है और इसकी बोली है तू ही। साहब कहने जाप करन दे नाल रब मिलदा होवे, निरी जबान नाल रटन करदे हां ते इहनूं मिलना चाहिए इस पंछी। नभ के उड़े ते जो पे पायत नारायण अनल आकाश पंछी डोल बो करत है। उपर आकाशां विच उड्डण दे नाल जे रब मिलदा होवे ते अनल पंछी हुमा पंछी उते उपर ही रहिंदा। कहंदे हुमा अनल इतना उच्चा उड़दा है जिथे जमीन की कशिश खत्म होंदी, इतना उच्चा उड़दा। इनू परशियन विच हुमा कहंदे ने, इनू संस्कृत विच अनल पंछी कहंदे ने, अनल। इहदा करीबन परशियन के ग्रंथां विच ते हिंदुस्तान के सारे धार्मिक ग्रंथां विच जिक्र है। कहंदे ने मुगल काल विच इतना इस पंछी का शिकार होया कि अज इसकी नस्ल नहीं रही। उन्होंने सुरखाब, हुमा ते अनल तीन नाम कहे जाते सन। मुगल शहनशाह इसके पंख अपने ताज दे चलाते सन ते एक आम तकिया कलाम बन गया भी तू कोई सुरखाब के पंख लाए, इंज कहते सन। सुरखाब उहदे पंख बहुत खूबसूरत, बड़े कोमल और बड़े कीमती, मुगल शहनशाह ताज दे चलाते सन। इतना शिकार होया, एक एक पंछी हजारां अशरफियां का बिकदा सी, इतना शिकार होया कि नस्ल खत्म हो गई। हुमा अनिल जमीन तो बहुत उच्चा उड़ता है, जिथे जमीन की कशिश खत्म होती है, जिथे हवा का दबाव खत्म होता है, इतना उच्चा जाता है और उत्थे सौ रहिंदा है हवा विच। अनिल आकाश पंछी डोल बो करता है। ऐ योगी जिहड़ा तू आकाशां विच भरमण करदा है, इहदे नाल रब मिलदा होवे ते अनिल पंछी नूं मिलना चाहिए। किहड़ियां निकम्मियां सिद्धियां विच पै गए, किहड़े निकम्मे चक्रां विच पै गए। कहंदे ने ये वाक सुन के योगी बाहरों तो तपिया होया सी, अंदरों भी तप गया। उन्होंने बड़ा गुस्सा चढ़िया बई सतगुर ने ये मेरी तोहीन की। तो कहने लगा महाराज तुसीं जाना कित्थे, पहले ये दसो। महाराज कहने लगे वो साडा पाउंटा स्थान है, असीं उत्थे जाना है, होर कित्थे जाना है। योगी कहने लगे ये दसो ये जमुना किस तरह पार करोगे। तो महाराज कहने लगे सामने बेड़ी खड़ी है, मलाह नूं आवाज़ मारांगे, बेड़ी च बैठांगे, पार हो जावांगे।
सतगुर बेड़ी च बैठ गए, मलाह बेड़ी चलांदा पिया, वो जोड़ा योगी सी ना वो पानी दे उत्ते चलन लग पिया। इतिहास कहता चलन लग पिया ते मजाक करे भी ये 10वें गुरु नानक ने, ये जगत गुरु ने, ये वक्त दे रहबरी पुरुष ने, जमुना पार कर नहीं सकते, भव सागर किस तरह पार करनगे? जमुना पार करने वास्ते बेड़ी चाहिए, जमुना पार करने वास्ते मलाह चाहिए, ते ये भव सागर तो जगत नूं पार करनगे, ये ताना मारे कुछ योगी। थोड़ी देर तो बाद सतगुरु पार हो गए, जोगी भी पार हो गए। पातशाह ने 4 दमड़े उस योगी की हथेली ते रखे, उस मलाह की हथेली ते रखे। मलाह ने पैरों ते कदम बोसी की, सतगुर ने उसनों असीस दी। ते फिर महाराज उस योगी नूं कहंदे ये दस, ये जिहड़ा तू पानी दे उत्ते चल के आया ये ते दस, ये सिद्धि तैनूं किवें मिली? महाराज मैं 6 साल तक लगातार गर्मियां दे धूणे तपांदा रहा, सर्दियां दे जलधारा, जब पौ माह दी ठंडियां रातां जलधारा, इतने गहरे पानी दे खड़े हो जाना गर्दन तक, उत्थे मंत्र दा रटन करना, इहनूं कहंदे जलधारा। या थल्ले बैठ जाना ते घड़े दे एक छोटा जिहा सुराख करके ਉਹਦੇ 'ਚ पानी की धार सिर के उत्ते पैंदी रहे सारी रात ठंड के दिनों और बाहर। पातशाह मैं सर्दियों के जलधारा की है, गर्मियों के धूणे तपाए ने, ये सिद्धि मैनू मिल गई है। महाराज कहने लगे तेरे 6 साल की जी तपस्या है ना, उसकी कीमत 4 दमड़े, इस तो ज्यादा कुछ नहीं। असी 4 दमड़े दिते ने, जमुना तो पार हो गए, तू 6 साल की तपस्या अगे की है, जमुना तो पार होया, तो जोड़ा कम 4 दमड़ियां नाल आउंदा है, जिंदगी के 6 साल नहीं बर्बाद करने चाहिए, भ्रष्ट नहीं करने चाहिए। असी संसार की जिंदगी भ्रष्ट नहीं करनी। जीवन सिर्फ इस वास्ते नहीं कि बंदा पानी देते चल लवे। जल के तरैया को गंगेरी सी कहत जग, आग के बछैया सो चकोर समझानी है। गुरु गोबिंद सिंह जी महाराज। जल जुलाहा होंदा है पंजाब के दरियावां च, वो चलदा है, पानी दे उत्ते चलदा है, तैरदा नहीं। ते महाराज कहंदे ने तू चल लिया तो जल जुलाहा भी चलदा पिया, फर्क की है? वो कोई महासिद्ध बन गया, वो कोई भगत बन गया, उन्हें कोई रब मिल गया, किहड़े निकम्मे चक्रां तू जोगी पिया? तो साहिब 10वें ग्रंथ दे कृष्णा अवतार के छंद दे साफ कह रहे हैं, जो किछ इच्छ करो धन की, तो चलियो धन देसन देश ते आवे, और सब रिद्धन सिद्धन पे हमरो नहीं नैक, हियास ललचावे, और सुनो कछ जोग बिखे कर कौन, इतो तप के तन तावे। साहिब कहते हे अकाल पुरख होर सुन, इंज पे गल करते हैं आमने सामने, हे रब होर भी सुन ले, मैं योग साधना नहीं करनी। कौन धूणे तपावे, कौन प्राणायाम करे, और कौन जलधारा करे, मैं कोई योग साधना करने को तैयार नहीं। और सुनो कछ जोग बिखे कर कौन, इतो तप के तन तावे। तो जापदा अलहाम होया भी कुछ ना कुछ तो इच्छा होगी, रिद्धियां की इच्छा नहीं, सिद्धियां की इच्छा नहीं, धन की इच्छा नहीं, योग साधना की तड़प नहीं, तो मनुख का जोड़ा मन है ये अमंग तो हो नहीं सकता, कुछ ना कुछ मंगते रहेंगी। तो फिर की है, की चाहत है थोड़ी? संसार दे जीवदे जागदे मनुख बारे एक कथा है कि जब लग श्वास तब लग आस। श्वासां दे नाल कुछ ना कुछ आशा चलती है, और जे आशा ना होवे, बिल्कुल बंदा निराश हो जाए, तो कहने ने 2 हालत वापर दियां ने, या बंदा आत्म हत्या करेगा, खुदकशी करेगा। निराश बंदे खुदकशी कर लेंगे, आत्म हत्या कर लेंगे, या उस हालत विच बंदा समाधि दे चला जाता। 2 ही हालत ने, तीजी कोई हालत नहीं। बिल्कुल निराश, कोई भी आशा नहीं, खुदकशी करेगा जरूर, आत्म हत्या करेगा, या फिर रब दा मार्ग चुनेगा, परमात्मा का। होर कोई तीसरा रास्ता ही नहीं। भाई जीवदे जागदे मनुख के अंदर कुछ ना कुछ तो इच्छा होंदी है। की तड़प है, फिर की इच्छा है? सतगुरु चौथी पंक्ति च अपनी इच्छा दसते हैं, और सुनो कछ जोग बिखे कर कौन, इतो तप के तन तावे, झूझ मरो रण में तज भय, तुम ते बस श्याम ऐ बरपावे। रण भूमि विच मजलूमां दी खातर, देश की खातर झूझदा झूझदा लड़ मरा, शहीद हो जावा। हे अकाल पुरख, इस तो बिना होर कोई चाहत नहीं, इस तो बिना होर कोई मंग नहीं, इस तो बिना होर कोई इच्छा नहीं रही। सिर्फ मजलूमां दी खातर कुर्बान होने की इच्छा।
सिर्फ देश की खातर निछावर होने की इच्छा है, सिर्फ देश की संस्कृति को बचाने की इच्छा है, और कुछ नहीं, कोई इच्छा नहीं। और सतगुरु ने वाकई अपनी समुची जिंदगी इसे ढंग नाल बतीत की। किधरे पिता वारे है, किधरे बच्चे वारे ने, किधरे अपने आप को कुर्बान किया देश के धर्म के उत्तों, देश की सभ्यता के उत्तों, मजलूमां की रखिया की खातर। खैर तो एक हालत बनती है जिसनों हिंदू ऋषि मुनिया ने तो कह दिता कि पदम बनता, योगिया ने कह दिता कुछ सिद्धियां मिलदियां ने, इस्लाम ने कह दिता कुछ करामात मिलती है, ते सतगुर की बाणी कुछ होर कहती है, उहदे हत्थां च बरकतां आउणगीआं। पदम की गल नहीं, बारज कर दाहणे सिद्ध सन मुख मुख जो है। हे गुरु अमरदास जी, तुहाडे दैणे हत्थ विच बरकतां आ गईआं, बड़ियां बरकतां भरा ये हत्थ है। कहंदे ने शाम नूं देगा मोदियां कर देंदे सन गुरु अमरदास जी, बरकतां चलदियां रहिंदियां सन। एक प्रत्यक्ष गल करके दिखाई, हत्थ विच बरकत, आले दुआले सिद्धियां, और बाएं हाथ विच रिधियां पिछे चल रही, सिद्धियां पिछे रह गई, ये अगे लंघ गए। नौ निधि 18 सिद्धि पिछे लगियां फिरन, जो हर हिरदे सदा वसाए। इस तरह दियां शक्तियां जिहड़ियां प्रगट होंदियां, कदमां विच क्रांति, बचनां विच सत्या, हत्थां विच बरकत, कह दिंदे ने कर्म खंड तक पहुंच गए। ये हो ही नहीं सकता कि कर्म खंड विच पहुंचा होया मनुख उहदे कदमां विच कोई क्रांति ना होवे। उहदे कदम अगर मक्के जाणगे तो कुछ गल होवेगी, उहदे कदम अगर सुमेर पर्वत ते जाणगे तो कुछ गल होवेगी, उहदे कदम अगर हरिद्वार चले गए तो कुछ गल होगी, और उहदे कदम अगर सज्जन ठग कोल भी चले गए तो कुछ गल होवेगी, जरूर होवेगी। क्योंकि कदमां च क्रांति है, बचनां च सत्य है, हत्थां च बरकत है। कर्म खंड की बाणी जोर, तिथे होर न कोई होर, तिथे जोध महाबल सूर, तिन में राम रहा भरपूर। पर इत्थे कोई जोधे महाबली पहुंचते ने, कमजोर बंदे ने, कमजोरां दा एक कम ने, ताकतवर पहुंचते ने, महाबली पहुंचते ने। तिन में राम रहा भरपूर, उन्हां दे च राम भरपूर है, मुकम्मल रूप ओ राम दे च ने, ओ राम उन्हां दे च है। तिथे सीतो सीता महिमा माए, तांके रूप न कथने। और असी अपने अरदास दे च शब्द जोड़े हुए ने कि सही संत गुरुमुख प्यारे मेल, जिन्ना मिलिया तेरा नाम चेतिया। वाकई कईयां दे मिलन नाल भी गल बनदी है, जरूरी नहीं, कईयां दे मिलन नाल भी, तां ही ते असी शब्द अरदास दे च जोड़े ने। सही संत गुरुमुख प्यारे मेल, जिन्ना मिलिया तेरा नाम चेतिया। जिन्ना डिसंदड़िया मेरी दुरमत वंजे, मित्र असाजड़े से। शिव जी लोचदा ऐसे पुरुष नूं, ब्रह्म ज्ञानी को खोजे महसुर, ब्रह्म ज्ञानी आप परमेश्वर। शिव जी कहता है, हे प्रभु किसी ब्रह्म ज्ञानी के दर्शन करा। तलाश पिया करता है शिव जी, खोजदा पे, सीता खोज रही है, राम मंग करते हैं, हे प्रभु किसी ऐसे पुरुष के दर्शन करा जो कर्म खंड विच पहुंच गया, जो बख्शिश के खंड विच पहुंच गया। ते बख्शिश के खंड विच पहुंचा होया मनुख ज्यों अपने अंदर झाक मारदा है ते अपने विच रमिया होया वो परमात्मा नूं वेखदा है ते खुद नूं परमात्मा दे विच व्यापक वेखदा है। इस वास्ते साहब कह देंदे ने कि सच खंड वसे निरंकार। उत्थे पहुंच के निरंकार ते व्यक्ति विच कोई फर्क नहीं रह जाता, और उत्थे पहुंचे होए कोई कर्म खंडियां दा मेल मिला, कोई सच खंडियां दा मेल मिला। जो सचखंड तक पहुंचे ने परमात्मा दे ते उन्हां दे कोई भेद नहीं रह जाता। भगत कबीर कहते हैं, अब तो जाए चढ़े सिंहासन, मिले हैं सारंग पानी, राम कबीरा एक भय हैं कोई न सके पछाने। हुण कबीर राम हो गया है, राम कबीर हो गया है। गुर कृपा जय नर को कीनी, तय जुगत पछाने, नानक लीन भयो गोबिंद स्यों, ज्यों पानी संग पानी। इत्थे गोबिंद विच लीनता ऐसे नसीब हो गई जैसे नदियां सागर विच समा जांदियां ते सागर दा रूप हो जांदियां ने। पंज खंडां दी तुच्छ बुद्धि अनुसार मैं तुहाडे सामने व्याख्या रखी है। इतनी मैं अर्ज करदे हां, ये पंज खंडां दी विचार कोई समाप्त ना समझना। इंज कह लो समा समाप्त है, या मेरी विचार करन दी जिहड़ी समर्था है वो समाप्त है, शब्द नहीं समाप्त। बंदा करोड़ां जन्म भी धारण कर लवे, गुरु नानक दे किसी शब्द नूं समाप्त नहीं किया जा सकता। किस तरह समाप्त करेगा? बंदे च ताकत ही नहीं है, बंदे च समर्था नहीं है। इसके लंबे चौड़े विस्तार ने। जितनी क सूझ गुरु ने दिती सी, ते दावा मेरा नहीं कि मैं सही विचारां तुहानूं सुणाईआं ने, ऐसा मेरा दावा भी नहीं। जितनी सूझ सी, जितनी समझ सी, इन्हां पंजां खंडां दी कुछ गल
मैं थोड़े सामने रखी है, ਤੇ ਬੈਠ ਕੇ ਇਤਨਾ ਜ਼ਰੂਰ ਨਿਰਣਾ ਕਰਨਾ ਅਸੀਂ ਕਿੱਥੇ ਖੜੇ ਹਾਂ। ਧਰਮ ਖੰਡ ਦੇ ਵਿੱਚ, ਗਿਆਨ ਖੰਡ ਦੇ ਵਿੱਚ, ਸਰਨ ਖੰਡ ਦੇ ਵਿੱਚ, ਕਰਮ ਖੰਡ ਦੇ ਵਿੱਚ ਜਾਂ ਸੱਚਖੰਡ ਦੇ। ਸੱਚਖੰਡ ਵਿੱਚ ਪਹੁੰਚੇ ਹੋਏ ਮਨੁੱਖ ਨੂੰ ਸੰਸਾਰ ਨਹੀਂ ਦਿਖਾਈ ਦੇਗਾ। ਤੁਸੀਂ ਆਖੋਗੇ ਕੀ ਦਿਖਾਈ ਦੇਗਾ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹਨੂੰ ਇਹ ਦਿਖਾਈ ਦੇਗਾ। ਉਹਨੂੰ ਬੰਦੇ ਨਹੀਂ ਦਿਖਾਈ ਦੇਣਗੇ, ਗੋਬਿੰਦ ਦਿਖਾਈ ਦੇਗਾ। ਉਹਨੂੰ ਪਸ਼ੂ ਪੰਖੀ ਨਹੀਂ ਦਿਖਾਈ ਦੇਣਗੇ, ਗੋਬਿੰਦ ਦਿਖਾਈ ਦੇਗਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੱਚਖੰਡ ਤੱਕ ਪਹੁੰਚਿਆ ਪੁਰਸ਼। ਕਹਿੰਦਾ ਗੋਬਿੰਦ ਤੋਂ ਬਿਨਾਂ ਹੋਰ ਹੈ ਹੀ ਨਹੀਂ, ਕਿੱਥੇ ਸੰਸਾਰ ਹੈ ਹੀ ਨਹੀਂ। ਸੂਰਜ ਨਹੀਂ ਦਿਖਾਈ ਦਿੰਦਾ, ਰੱਬ ਦਿਖਾਈ ਦਿੰਦਾ। ਚੰਦਰਮਾ ਨਹੀਂ ਦਿਖਾਈ ਦਿੰਦਾ, ਰੱਬ ਦਿਖਾਈ ਦਿੰਦਾ। ਪਸ਼ੂ ਪੰਖੀ ਨਹੀਂ ਦਿਖਾਈ ਦਿੰਦੇ, ਗੋਬਿੰਦ ਦਿਖਾਈ ਦਿੰਦਾ। ਮਨੁੱਖ ਨਹੀਂ ਦਿਖਾਈ ਦਿੰਦੇ, ਗੋਬਿੰਦ ਦਿਖਾਈ ਦਿੰਦਾ। ਪਹੁੰਚ ਗਿਆ ਇਹ ਮਨੁੱਖ ਸੱਚਖੰਡ ਤੱਕ। ਮੇਰੇ ਪਾਤਸ਼ਾਹ ਬਖਸ਼ਿਸ਼ ਕਰਨ, ਸਾਡੀ ਵੀ ਦ੍ਰਿਸ਼ਟੀ ਉਹ ਬਣੇ ਕਿ ਹਰ ਪਾਸੇ ਗੋਬਿੰਦ ਹੀ ਗੋਬਿੰਦ ਦਿਖਾਈ ਦੇਵੇ ਔਰ ਜ਼ਿੰਦਗੀ ਦਾ ਜਿਹੜਾ ਇਹ ਮੁੱਖ ਮਕਸਦ ਹੈ ਇਸ ਨੂੰ ਅਸੀਂ ਪ੍ਰਾਪਤ ਕਰ ਸਕੀਏ। ਤੁਛ ਬੁੱਧੀ ਅਨੁਸਾਰ ਇਹ ਵਿਚਾਰਾਂ ਤੁਹਾਡੇ ਸਾਹਮਣੇ ਰੱਖੀਆਂ ਨੇ। ਬਾਕੀ ਜਿਵੇਂ ਹੋਰ ਕੋਈ ਖੁੱਲੀ ਵਿਚਾਰ ਕੱਲ ਆਰੰਭ ਹੋਈ ਤੁਹਾਡੇ ਸਾਹਮਣੇ ਰੱਖਾਂਗੇ। ਅੱਜ ਇੱਥੇ ਹੀ ਸਮਾਪਤੀ। ਬੋਲ ਕੇ ਭੁਲੇਖੇ ਮਾਂ ਦੀ ਯਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।